ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਪਾਵਨ ਪ੍ਰਕਾਸ਼ ਦਿਹਾੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ ਸਾਰੇ ਦਿਨ ਦੇ ਜੋ ਦੀਵਾਨ ਚੱਲ ਰਹੇ ਨੇ ਉਸ ਵਿੱਚ ਸ਼ਾਮ ਸਮੇਂ ਆਪ ਹਾਜ਼ਰੀਨ ਹੋ। ਮਹਾਰਾਜ ਜੀ ਦੀ ਅਪਾਰ ਪਾਵਨ ਬਾਣੀ ਲਗਾਤਾਰ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਗਾਈ ਗਈ, ਪਰ ਕਿਉਂ ਤਵਾਰੀਖੀ ਦਿਨ ਹੈ ਇਸ ਪ੍ਰਥਾਏ ਅਸੀਂ ਕੁਝ ਹਿਸਟੋਰੀਕਲੀ ਇਤਿਹਾਸਕ ਪਰਿਪੇਖ ਵਿੱਚ ਕੁਝ ਗੁਰਬਾਣੀ ਦੇ ਵਿਚਾਰਧਾਰਕ ਪੱਖ ਤੋਂ ਤੇ ਸਾਰੇ ਦੀ ਅੱਜ ਦੇ ਮਾਡਰਨ ਟਾਈਮ ਦੇ ਵਿੱਚ ਜਿਹੜੀ ਸਿਗਨੀਫਿਕੇਸ਼ਨ ਆ ਉਸ ਸਾਰੇ ਨੂੰ ਸਮਝਦਿਆਂ ਹੋਇਆ ਬਾਤ ਪਾਵਾਂਗੇ। ਅਸੀਂ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਆਪਣੀ ਹਾਜ਼ਰੀ ਨੂੰ ਸਹੀ ਰੂਪ ਵਿੱਚ ਵਾਜਬ ਕਰੀਏ। ਆਓ ਇੱਕ ਵਾਰ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਪ੍ਰਕਾਸ਼ ਦੇ ਰੂਪ ਵਿੱਚ ਅਸੀਂ ਯਾਦ ਕਰਦੇ ਹਾਂ ਉਹਨਾਂ ਦੀ ਪ੍ਰਕਾਸ਼ਨਾ ਹਰ ਰੋਜ਼ ਸਵੇਰੇ ਸ਼ਬਦ ਦੀ ਆਭਾ ਨੂੰ ਕਰਦੀ ਹੈ। ਮਗਰ ਇਸ ਪਾਵਨ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਇਸ ਰੂਪ ਵਿੱਚ ਪ੍ਰਕਾਸ਼ ਵੀ ਹੋਇਆ ਤਵਾਰੀਖ ਵਿੱਚ ਅਸੀਂ ਵੇਖਦੇ ਹਾਂ। ਇਸ ਬਾਬਤ ਹਿਸਟੋਰੀਕਲੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਵੇਖਾਂਗੇ, ਪਰ ਜੇ ਪਹਿਲੇ ਲੈਵਲ ਤੇ ਬਹੁਤ ਬੇਸਿਕ ਲੈਵਲ ਤੇ ਬਾਤ ਕਰ ਦਈਏ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਰੈਵੋਲੂਸ਼ਨਰੀ ਕਨਸੈਪਟ ਮਾਨਵਤਾ ਦੀ ਝੋਲੀ ਪਾਇਆ। ਜਿਵੇਂ ਲੋਕ ਲਿਖਦੇ ਨੇ ਕਿ ਪਾ ਬਾਣੀ ਦਾ ਚੋਲਾ ਬਾਬੇ ਰੂਪ ਵਟਾਇਆ ਕੈਸਾ। ਬਾਣੀ ਦਾ ਚੋਗਾ ਪਾ ਕੇ ਨਾਨਕ ਜੋਤ ਉਸ ਨਾਨਕ ਨਿਰਮਲ ਪੰਥ ਦੇ ਵਿੱਚ ਕਨਵਰਟ ਹੋਈ। ਇਹਨੂੰ ਹੋਰ ਜੇ ਅਸੀਂ ਡਿਟੇਲ 'ਚ ਵਿਆਖਿਆ 'ਚ ਲੈ ਕੇ ਜਾਈਏ ਤੇ ਰਚਨਾ ਵਿਆਖਿਆਰ ਦੇ ਵਿੱਚ ਸੱਜਣ ਜੋ ਬਾਤ ਕਰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਨਾ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸਤਿਗੁਰੂ ਨਾਨਕ ਦਾ ਪ੍ਰਗਟਣਾ ਅਸਲ ਵਿੱਚ ਸ਼ਬਦ ਦਾ ਹੀ ਪ੍ਰਗਟਣਾ ਹੈ। ਇਹਦੇ 'ਚ ਸ਼ਬਦ ਦੀ ਆਭਾ ਨੂੰ ਮੰਡਿਤ ਕੀਤੀ ਜਾ ਰਹੀ ਹੈ ਬਾਤ। ਤੇ ਬਾਬਾ ਜੀ ਇਸ ਬਾਤ ਨੂੰ ਮਨੁੱਖਤਾ ਦੇ ਜ਼ਿਹਨ ਵਿੱਚ ਅਧਿਆਤਮੀ ਤਲ ਤੇ ਕਿਵੇਂ ਪਰਿਪੱਕ ਕਰਕੇ ਪਾਉਂਦੇ ਨੇ, ਇਹਦੀਆਂ ਬਾਤਾਂ ਅਸੀਂ ਗੁਰਬਾਣੀ ਦੀ ਗਵਾਹੀ ਤੋਂ ਤੇ ਇਤਿਹਾਸਕ ਗਵਾਹੀ ਤੋਂ ਪੜ੍ਹਦੇ ਹਾਂ। ਜਿਵੇਂ ਵਕਤ ਦੇ ਜੋ ਬਹੁਤ ਇੰਟਲੈਕਚੁਅਲ ਮੰਨੇ ਜਾਂਦੇ ਸੀਗੇ ਆਪਣੇ ਆਪ ਦੇ ਵਿੱਚ, ਜਿਨ੍ਹਾਂ ਦਾ ਬੜਾ ਰੁਤਬਾ ਸੀਗਾ, ਯੋਗੀ ਮਤਲਬ ਜਿਹੜੇ ਕਹਿੰਦੇ ਸੀ ਨਾਥਾਂ ਯੋਗੀਆਂ ਦੀ ਸੰਪਰਦਾਵਾਂ ਦੇ ਵਿੱਚ ਕਿ ਸਾਡੇ ਤੋਂ ਵੱਡਾ ਕੋਈ ਇੰਟਲੈਕਚੁਅਲ ਨਹੀਂ, ਗਿਆਨ ਨਹੀਂ ਰੱਖਣ ਵਾਲਾ। ਤੇ ਇਹ ਵੀ ਸੱਚ ਆ ਕਿ ਗੁਰੂ ਨਾਨਕ ਸਾਹਿਬ ਨੇ ਕਾਜ਼ੀਆਂ ਨੂੰ ਵੀ ਐਡਰੈਸ ਕੀਤਾ ਬਾਣੀ ਦੇ ਵਿੱਚ, ਜਿਹੜੇ ਮੋਮਨੀ ਧਾਰਾ ਦੇ ਸਕਾਲਰ ਮੰਨੇ ਜਾਂਦੇ ਸੀਗੇ। ਬ੍ਰਾਹਮਣ ਨੂੰ ਮਹਾਰਾਜ ਨੇ ਬੜੇ ਰੂਪਾਂ ਦੇ ਵਿੱਚ ਜਿਹੜਾ ਹੈ ਐਡਰੈਸ ਕੀਤਾ ਹੈਗਾ, ਪਰ ਇਹਨਾਂ 'ਚੋਂ ਕਿਸੇ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਵਾਪਸ ਆ ਕੇ ਕ੍ਰਾਸ ਐਗਜ਼ਾਮਿਨ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨਾਲ ਦਸਤ ਪੰਜਾ ਨਹੀਂ ਕੀਤਾ। ਜਿਨ੍ਹਾਂ ਲੋਕਾਂ ਨੇ ਬਾਬਾ ਨਾਨਕ ਜੀ ਨਾਲ ਦਸਤ ਪੰਜਾ ਕੀਤਾ ਉਹ ਜੋਗੀ ਨੇ। ਉਹ ਵਾਰ-ਵਾਰ ਆ ਕੇ ਬਾਬਾ ਜੀ ਦੇ ਨਾਲ ਉਹਨਾਂ ਨੂੰ ਕ੍ਰਾਸ ਐਗਜ਼ਾਮਿਨ ਵੀ ਕਰਦੇ, ਉਹਨਾਂ ਨਾਲ ਬਾਤ ਵੀ ਕਰਦੇ, ਤੇ ਇਹਦੇ ਉੱਤੇ ਇੱਕ ਪੂਰੀ ਬਾਣੀ ਵੀ ਰਚੀ ਗਈ ਸਿੱਧ ਗੋਸ਼ਟ, ਸਿੱਧਾਂ ਨਾਲ
ਪੂਰੇ ਦੀ ਪੂਰੀ ਗੋਸ਼ਟੀ ਹੁੰਦੀ ਗੁਰੂ ਨਾਨਕ ਸਾਹਿਬ ਦੀ। ਤੇ ਉਸ ਸਾਰੇ ਦੇ ਵਿੱਚ ਉਹ ਜਦੋਂ ਦੇਖਦੇ ਕਿ ਗੁਰੂ ਨਾਨਕ ਸਾਹਿਬ ਨਾਲ ਤੇ ਕਿਤੇ ਸਾਡਾ ਮੁਕਾਬਲਾ ਹੋ ਨਹੀਂ ਸਕਦਾ, ਇਹ ਤੇ ਬਿਲਕੁਲ ਹੀ ਬੜੀ ਵੱਡੀ ਹਸਤੀ ਹੈ। ਤੇ ਫਿਰ ਉਹ ਆਪਣੀ ਉਸੇ ਨੈਰੋ ਮਾਈਂਡਡ ਥਿੰਕਿੰਗ ਦੇ ਵਿੱਚੋਂ ਇਹ ਸੋਚਦੇ ਕਿ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੀ ਸਿੱਧੀ ਮਨੇ ਵਿਚਾਰਿਆ ਕਿਉਂ ਦਰਸ਼ਨ ਏਲੇ ਵੈ ਬਾਲਾ। ਬਾਬਾ ਨਾਨਕ ਜੀ ਨੂੰ ਬਾਲਾ ਹੀ ਕਹਿੰਦੇ ਨੇ, ਬਾਲਕ ਆ, 30 ਵਰੇ ਤੋਂ ਵੀ ਘੱਟ ਉਮਰ ਹੈ ਹਾਲੀ ਇਹਦੀ। ਤੇ ਅਸੀਂ ਏਡੇ ਏਡੇ ਬੁੱਢੇ ਭੀਸ਼ਿਆਂ, ਕੋਈ 17 80 ਦਾ 90 ਦਾ 100 ਸਾਲ ਦੀਆਂ ਉਮਰਾਂ ਟੱਪੀਆਂ ਸਾਡੀਆਂ। ਤੇ ਅਸੀਂ ਇਸ ਬਾਲੇ ਨੂੰ, ਇਸ ਬੱਚੇ ਨੂੰ ਕਿਉਂ ਨਾ ਆਪਣੇ ਪੰਥੇ ਚ ਲੈ ਆਈਏ, ਇਹਨੂੰ ਆਪਣੇ ਪ੍ਰਭਾਵ ਹੇਠ ਲੈ ਆਈਏ। ਪਰ ਜਿਹੜੇ ਸੱਚ ਦੇ ਰਾਹਗੀਰ ਨੇ ਉਹ ਤੇ ਕਿਸੇ ਤੇ ਨਾ ਪ੍ਰਭਾਵ ਪਾਉਣਾ ਚਾਹੁੰਦੇ, ਨਾ ਕਿਸੇ ਦਾ ਪ੍ਰਭਾਵ ਲੈਣਾ। ਤੇ ਪ੍ਰਭਾਵ ਸੱਚ ਦਾ, ਕਿਉਂਕਿ ਉਹਨਾਂ ਸੱਚਿਆਰ ਹੋਣਾ, ਸੱਚਿਆਰ ਕਰਨਾ ਹੈ, ਸੱਚਖੰਡ ਤੱਕ ਸੁਰਤ ਲੈ ਕੇ ਜਾਣੀ ਹੈ। ਪਰ ਹੋਇਆ ਕਿ ਉਹਨਾਂ ਦੀ ਜਦੋਂ ਹੋਰ ਤੇ ਕੋਈ ਪੇਸ਼ ਨਾ ਗਈ, ਉਹਨਾਂ ਫਿਰ ਗੁਰੂ ਸਾਹਿਬ ਦੇ ਉੱਤੇ ਨਾ ਪਰਸਨਲ ਅਟੈਕ ਕੀਤੇ। ਜਿਸ 'ਚੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਅੱਛਾ ਬਾਬਾ ਨਾਨਕ ਜੀ ਜਿਹਦੀ ਇੰਟਰਪ੍ਰੀਟੇਸ਼ਨ ਐਵੇਂ ਲੈ ਲਈ ਜਾਏ ਕਿ ਤੁਸੀਂ ਜਗਤ ਗੁਰੂ ਹੋ। ਭਾਈ ਗੁਰਦਾਸ ਜੀ ਕਹਿੰਦੇ ਜਾਹਰ ਪੀਰ ਜਗਤ ਗੁਰੂ ਬਾਬਾ, ਵੀ ਸਾਰਾ ਜਗਤ ਤੁਹਾਨੂੰ ਗੁਰੂ ਬਾਬੇ ਦੇ ਰੂਪ ਵਿੱਚ ਯਾਦ ਕਰਦਾ ਆ। ਸਾਡਾ ਬੁਨਿਆਦੀ ਸਵਾਲ ਇਹ ਹੈ ਵੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਦੱਸੋ। ਤੁਸੀਂ ਸਾਰੇ ਸੰਸਾਰ ਦੇ ਗੁਰੂ ਹੋ ਗਏ, ਤੁਹਾਡਾ ਗੁਰੂ ਵੀ, ਤੁਹਾਡਾ ਵੀ ਤਾਂ ਕੋਈ ਗੁਰੂ ਹੋਏਗਾ। ਇੱਥੇ ਫਿਰ ਗੁਰੂ ਸਾਹਿਬ ਨੂੰ ਜਦੋਂ ਪੁੱਛਦੇ ਕੌਣ ਗੁਰੂ ਕਿਸਕਾ ਤੂੰ ਚੇਲਾ, ਦੱਸ ਜਿਹੜਾ ਗੁਰੂ ਹੈ ਤੇਰਾ, ਜਿਸ ਦੀ ਅਧੀਨਗੀ ਤੂੰ ਕਬੂਲਦਾ ਹੈਗਾ। ਤੇ ਫਿਰ ਬਾਬਾ ਜੀ ਬਿਆਨ ਕਰਦੇ, ਸਿੱਧ ਲੋਕੋ ਟਪਲਾ ਖਾ ਗਏ ਹੋ, ਭੁਲੇਖਾ ਖਾ ਗਏ ਹੋ। ਅਸਲ ਵਿੱਚ ਗੁਰੂ ਦਾ ਮਾਇਨਾ ਜਿਸਮਾਨੀ ਮੰਥਨ ਨਹੀਂ ਗਾ। ਗੁਰੂ ਦਾ ਮਾਇਨਾ ਕੀ ਹੈ? ਗੁਰੂ ਦਾ ਮਾਇਨਾ ਕੀ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਇੱਥੇ ਸ਼ਬਦ ਹੀ ਗੁਰੂ ਹੈ। ਤੇ ਸ਼ਬਦ ਉਹ ਆਵਾਜ਼, ਉਸ ਆਵਾਜ਼ ਨੂੰ ਸੰਭਾਲਣ ਵਾਲੇ ਲਫ਼ਜ਼, ਹਰਫ, ਅੱਖਰ, ਅਲਫਾਜ਼, ਜਿਨ੍ਹਾਂ ਦੇ ਵਿੱਚ ਅਧਿਆਤਮਕ ਅਗਵਾਈ ਪਈ ਹੈ, ਉਸ ਰੂਪ ਦੇ ਚ ਉਸ ਨੂੰ ਅਹਿਸਾਸਿਆ ਜਾਏ। ਫਿਰ ਇਹ ਵੀ ਹੋ ਸਕਦਾ ਹੈ ਕੋ ਬਾਬਾ ਨਾਨਕ ਜੀ ਨੂੰ ਇਹ ਕਹੇ, ਠੀਕ ਹੈ ਜੀ, ਕੰਨ ਐਵੇਂ ਨਾ ਫੜਿਆ ਤੇ ਐਵੇਂ ਘੁਮਾ ਕੇ ਫੜ ਲਿਆ, ਵੀ ਗੱਲ ਇਹ ਹੈ ਤੁਸੀਂ ਤੇ ਨਹੀਂ ਗੁਰੂ, ਤੁਹਾਡੇ ਬਚਨ ਗੁਰੂ ਹੋ ਗਏ, ਤੁਹਾਡੇ ਲਫ਼ਜ਼ ਗੁਰੂ ਹੋ ਗਏ, ਅਲਟੀਮੇਟਲੀ ਤੁਸੀਂ ਗੁਰੂ ਹੀ ਹੋ। ਫਿਰ ਤੇ ਅਸੀਂ ਇਹ ਵੀ ਬਚਨ ਪੜ੍ਹਦੇ ਹਾਂ ਜਦੋਂ ਬਾਬਾ ਜੀ ਬਿਆਨ ਕਰ, ਤੇ ਖਾਸ ਕਰਕੇ ਜਿਸ ਤੋਂ ਸੈਦਪੁਰ ਦੇ ਵਿੱਚ ਗੁਰੂ ਮਹਾਰਾਜ ਕੁਝ ਬਚਨ ਉਚਾਰਦੇ, ਜਿਸ ਸਾਹਿਬ ਜ਼ਿਕਰ ਕਰਦੇ ਕਿ ਇਹ ਸਮਾਂ ਆਵੇਗਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਵੀ ਇਹ ਨਾਨਕ ਸੱਚ ਬੋਲਣ ਦੇ ਵੇਲੇ ਦੇ ਵਿੱਚ ਹੀ ਸੱਚ ਬੋਲ ਰਿਹਾ ਤੇ ਲੋਕੀ ਯਾਦ ਕਰਨਗੇ। ਕਿਉਂ? ਕਿਉਂਕਿ ਸਮਾਂ ਆ ਰਿਹਾ ਜਦੋਂ ਇਹ ਹਾਲਾਤ ਬਣਨਗੇ ਇੱਥੇ, ਜਿਨ ਸਿਰ ਹੁਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਨ ਗਲ ਵਿੱਚ ਆਵੇ ਤੂਰ। ਅਜੇ ਅਹਿਸਾਸ ਨਹੀਂ ਕੀਤਾ ਜਾ ਰਿਹਾ ਕਿ ਇਸ ਜਿਸ ਕਿਸਮ ਦੀ ਜ਼ਿੰਦਗੀ ਦੀ ਐਸ਼ ਪ੍ਰਸਤਗੀ ਵਿੱਚ ਲੋਕ ਲੱਗੇ ਪਏ ਨੇ ਸੈਦਪੁਰ ਤੇ ਆਲੇ ਦੁਆਲੇ, ਇਸ ਤਰ੍ਹਾਂ ਦੀ ਜ਼ਿੰਦਗੀ ਲਗਾਤਾਰ ਨਹੀਂ ਮਾਣ ਸਕਣਗੇ। ਅਲਟੀਮੇਟਲੀ ਜਿਹੜੀ ਇਸ ਸਮਾਜ ਤੇ ਸੰਸਾਰ ਦੇ ਪ੍ਰਤੀ ਸਾਡੇ ਫਰਜ਼ਾਤ ਨੇ, ਸਾਡੀਆਂ ਡਿਊਟੀਆਂ ਨੇ, ਜਿਸ ਉਹਨਾਂ ਨੂੰ ਨਹੀਂ ਨਿਭਾਵਾਂਗੇ, ਮੈਂ ਕਿਹਾ ਸੀ ਅੱਜ ਦੇ ਮਾਡਰਨ ਪਰਿਪੇਖ ਦੇ ਸਿਗਨੀਫਿਕੇਸ਼ਨ ਚ ਉਹਦੀ ਸਿਗਨੀਫਿਕੇਸ਼ਨ ਨੂੰ ਸਮਝਿਆ ਜਾਏ। ਆਪ ਅਹਿਸਾਸ ਕਰੋ, ਅਸੀਂ ਡਾਇਸਪੋਰਾ 'ਚ ਬੈਠੇ ਹਾਂ, ਡਾਇਸਪੋਰਾ 'ਚ ਬੈਠੇ ਹੋਏ ਲੋਕਾਂ ਨੂੰ ਕੁਝ ਚੀਜ਼ਾਂ ਨੂੰ ਅਹਿਸਾਸ ਕਰਨਾ ਚਾਹੀਦਾ ਹੈਗਾ। ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਤੇ ਆਪ ਅਸੀਂ ਜ਼ਿੰਬਾਬਵੇ ਦੀ ਹਿਸਟਰੀ ਥੋੜ੍ਹੀ ਬਹੁਤੀ ਜ਼ਰੂਰ ਪੜ੍ਹਾਈਏ, ਅਸੀਂ ਕੀਨੀਆ, ਤੰਜਾਨੀਆ ਪੜ੍ਹੀਏ, ਯੁਗਾਂਡਾ ਪੜ੍ਹੀਏ ਥੋੜ੍ਹਾ ਬਹੁਤਾ। ਅਸੀਂ ਬੜੀ ਰੀਸੈਂਟਲੀ ਫਿਜੀ ਨੂੰ ਜ਼ਰੂਰ ਪੜ੍ਹੀਏ, ਫਿਜੀ ਜੋ ਕੁਝ ਵਾਪਰਿਆ। ਇਹ ਅੱਖਾਂ ਬੰਦ ਕਰਕੇ ਸਮਾਜ ਵਿੱਚ ਲਗਾਤਾਰ ਜੀਆ ਨਹੀਂ ਜਾ ਸਕਦਾ ਜੇ ਅਸੀਂ ਇਸ ਬਾਬਤ ਨਹੀਂ ਧਿਆਨ ਦੇਵਾਂਗੇ। ਇਹੀ ਸੈਦਪੁਰ ਦੀ ਹਾਲਤ ਸੀਗੀ।
ਜਿਹੜੀ ਬਾਬਾ ਨਾਨਕ ਦੀ ਬਾਣੀ, ਸੱਚ ਕੀ ਬਾਣੀ ਨਾਨਕ ਆਖੈ, ਇਸ ਰੂਪ ਵਿੱਚ ਵੇਖਣ ਦੀ ਲੋੜ ਆ। ਸ਼ਬਦ ਗੁਰੂ ਜਗਦੀ ਹੋਈ ਸ਼ਮਾ ਹੈ, ਰੌਸ਼ਨੀ ਵਿਖਾ ਰਹੀ ਹੈ। ਤੇ ਜੇ ਉਸ ਰੌਸ਼ਨੀ ਦੇ ਵਿੱਚ ਅਸੀਂ ਬੈਠ ਕੇ ਆਪਣੇ ਆਪ ਨੂੰ ਰੌਸ਼ਨ ਦਿਮਾਗ ਹੀ ਨਾ ਕੀਤਾ ਤੇ ਫਿਰ ਉਸ ਰੌਸ਼ਨੀ ਦਾ ਵੀ ਕੀ ਫਾਇਦਾ ਰਹਿ ਜਾਏਗਾ ਉਸ ਰੂਪ ਦੇ ਵਿੱਚ। ਜਿਵੇਂ ਬੁੱਲੇ ਸ਼ਾਹ ਕਾਫੀ 'ਚ ਲਿਖਦਾ ਨਾ ਵੀ ਬੁੱਲਿਆ ਮੁੱਲਾਂ ਅਤੇ ਮਸ਼ਾਲਚੀ ਦੋਨੋਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਮਸ਼ਾਲਚੀ ਸਾਰਿਆਂ ਨੂੰ ਜਿਹੜੀ ਰੌਸ਼ਨੀ ਦਿੰਦਾ ਹੱਥ 'ਚ ਮਸ਼ਾਲ ਫੜ ਕੇ, ਤੇ ਜਿਹੜਾ ਆਪ ਆ ਆਪ ਠੋਕਰਾਂ ਖਾਂਦਾ ਧਰਤੀ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਹੋਪ ਸੰਸਾਰ ਵਿੱਚ ਕਹੀ ਜਾ ਰਹੀ ਹੈ, ਤੇ ਸੱਚ ਵੀ ਹੈ। ਐਸੀ ਬਾਣੀ ਜਿਹੜੀ ਬਿਲਕੁਲ ਐਜ਼ ਇਟ ਇਜ਼ ਪ੍ਰੀਜ਼ਰਵ ਕਰਕੇ ਰੱਖੀ ਗਈ, ਜਿਹੜਾ ਵੈਰੀ ਲੇਟੈਸਟ ਸਕ੍ਰਿਪਚਰ ਆ ਅਧਿਆਤਮੀ ਤਲ ਦੇ ਉੱਤੇ, ਜਿਹਦੇ ਉੱਤੇ ਪੂਰੀ ਤਰ੍ਹਾਂ ਹਰ ਲੈਵਲ ਤੇ ਬਿਲੀਵ ਕੀਤਾ ਜਾ ਸਕਦਾ। ਅੱਜ ਤੇ ਇੰਟਰਨੈਟ ਦਾ ਵਰਲਡ ਆ, ਜੇ ਕਿਤੇ ਮਾੜੀ ਜਿਹੀ ਵੀ ਕਿਤੇ ਸੱਜੇ ਖੱਬੇ ਬਾਤ ਹੋਏ ਤੇ ਲੋਕੀ ਉਹਦੇ ਤੇ ਫਟਾਫਟ ਜਿਹੜਾ ਹੈਗਾ ਆਰਗੂਮੈਂਟਸ ਕਰਦੇ, ਚਾਰ ਚਪੇਰੇ ਸਪਰੈਡ ਕਰਦੇ, ਚੀਜ਼ਾਂ ਹੁੰਦੀਆਂ। ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਦੇਖੋਗੇ, ਜਿਵੇਂ ਜਿਵੇਂ ਮਨੁੱਖਤਾ ਅੱਗੇ ਵੱਧ ਰਹੀ ਹੈ, ਉਹ ਭਾਵੇਂ ਐਮਨੈਸਟੀ ਦੀ ਗੱਲ ਹੋਏ, ਭਾਵੇਂ ਹਿਊਮਨ ਰਾਈਟਸ ਦੀ ਗੱਲ ਹੋਏ, ਭਾਵੇਂ ਫੈਮਿਨਿਜ਼ਮ ਦੀ ਗੱਲ ਹੋਏ, ਭਾਵੇਂ ਉਹ ਹਿਊਮਨ ਫਰੀडम ਦੀ ਗੱਲ ਹੋਏ, ਹਰ ਲੈਵਲ ਤੇ ਬਾਣੀ ਬਿਲਕੁਲ ਉਹਦੇ ਪੈਰਲਰ ਜਾ ਰਹੀ ਹੈ, ਆਲਰੇਡੀ ਜਾ ਰਹੀ ਹੈ। ਲੋਕ ਹੀ ਹੌਲੀ ਹੌਲੀ ਆਪਣੇ ਆਪ ਨੂੰ ਦੁਰਸਤ ਕਰ ਰਹੇ ਨੇ ਉਸ ਤਰੀਕੇ ਦੇ ਨਾਲ, ਉਸ ਲੈਵਲ ਤੇ ਨੇੜੇ ਨੇੜੇ ਆ ਰਹੇ ਨੇ। ਅਦਰਵਾਈਜ਼ ਇਹ ਜਿਹੜੀ ਕੱਲ ਦਾ ਯੁੱਗ ਜਿਹੜਾ ਸਪੇਸ ਏਜ ਦਾ ਯੁੱਗ ਆ, ਇੱਥੇ ਹੁਣੀ ਆਲਰੇਡੀ ਤੁਸੀਂ ਦੇਖ ਰਹੇ ਹੋ ਪ੍ਰਾਈਵੇਟ ਜਿਹੜਾ ਹੈਗਾ ਉਹ ਵੀ ਪਲੇਅਰਸ ਆ ਚੁੱਕੇ ਨੇ, ਸਾਰਾ ਕੁਝ ਹੋ ਚੁੱਕਾ, ਸਪੇਸ ਦੀ ਜਿਹੜੀ ਸਾਰੀ ਬਾਤ ਹੋ ਰਹੀ ਹੈ। ਤੇ ਉਸ ਦੌਰ ਦੇ ਵਿੱਚ ਵੀ ਜਿਹੜੀ ਚੀਜ਼ ਵਾਕਿਆ 'ਚ ਅਗਵਾਈ ਕਰ ਸਕਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਤੇ ਸੰਦੇਸ਼ ਆ, ਜਿਹਦੇ 'ਚ ਬੰਦੇ ਦੀਆਂ ਬੁਨਿਆਦੀ ਚੀਜ਼ਾਂ, ਜਿਨ੍ਹਾਂ ਨੂੰ ਸੁਧਾਰਨ ਤੋਂ ਬਿਨਾਂ ਬੰਦਾ ਬਹਿਰੂਨੀ ਜਿੰਨੀ ਮਰਜ਼ੀ ਤਰੱਕੀ ਕਰ ਲੇ ਉੱਥੇ ਤੱਕ ਨਹੀਂ ਪਹੁੰਚ ਸਕਦਾ, ਜਿੱਥੇ ਤੱਕ ਉਹਨੂੰ ਪਹੁੰਚਣਾ ਚਾਹੀਦਾ। ਜਿਵੇਂ ਸਪੋਜ਼ ਕਰੋ ਚਲਾਨ ਨੂੰ ਤੇ ਬੰਦਾ ਅੱਜ ਅਸੀਂ ਮਤਲਬ ਸਮਾਰਟ ਡਿਵਾਈਸਿਸ ਦੇ ਰੂਪ ਦੇ ਵਿੱਚ ਆਲਮੋਸਟ ਟੈਕਨੀਕਲ ਸਾਈਡ ਤੋਂ ਕਿੰਨਾ ਕੁਝ ਚਲਾ ਰਹੇ ਆ। ਸਾਡੇ ਹੱਥਾਂ ਦੇ ਵਿੱਚ ਹੀ ਸਾਰੇ ਦੀ ਸਾਰੀ ਮਸ਼ੀਨਰੀ ਆ ਗਈ ਹੈ, ਹਰ ਤਰ੍ਹਾਂ ਦੇ ਕੰਮ ਆ ਗਏ ਨੇ, ਬੈਂਕਿੰਗ ਆ ਗਈ, ਸਾਰਾ ਕੁਝ ਆ ਗਿਆ। ਇਸ ਸਾਰੇ ਦੇ ਨਾਲ ਜ਼ਿੰਦਗੀ ਦਾ ਸਟ੍ਰੈਸ ਘਟਿਆ ਕਿ ਵਧਿਆ? ਇਹ ਸਾਰੇ ਦੇ ਨਾਲ ਬੰਦੇ ਦੇ ਜੀਵਨ ਦੀ ਜਿਹੜੀ ਹੈ ਉਹ ਉਸਾਰੀ ਹੋਈ ਕਿ ਨਿਘਾਰ ਆਇਆ? ਇਹ ਸਾਰੇ ਦੇ ਨਾਲ ਬੰਦੇ ਦੀ ਜ਼ਿੰਦਗੀ 'ਚੋਂ ਸਮਾਂ ਘਟਿਆ ਕਿ ਸਮਾਂ ਵੱਧ ਗਿਆ? ਇਹ ਸਾਰੇ ਦੇ ਨਾਲ ਬੰਦੇ ਦੀ ਰਿਲੇਸ਼ਨਸ਼ਿਪ ਡੀਲਿੰਗ ਇਹ ਸਾਰੀ ਸੁਧਰੀ ਕਿ ਹੋਰ ਵਿਗੜ ਗਈ? ਜੇ ਦੇਖਦੇ ਹਾਂ ਬਲਕਿ ਉਲਟੇ ਪਾਸੇ ਸਾਰਾ ਕੁਝ ਕੰਮ ਹੋਇਆ। ਇਹਦਾ ਮਤਲਬ ਇਹ ਡਿਵਾਈਸ ਸਾਰੇ ਹੈਲਪਫੁਲ ਨਹੀਂ, ਬੜੇ ਹੈਲਪਫੁਲ ਨੇ। ਇਹਦਾ ਮਤਲਬ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਬੜੀ ਲੋੜ ਹੈ, ਬੜੀ ਜ਼ਰੂਰਤ ਹੈ। ਪਰ ਬੁਨਿਆਦੀ ਤੌਰ ਤੇ ਬੰਦੇ ਦੇ ਆਤਮਿਕ ਤੌਰ ਤੇ ਉਹਨੂੰ ਜਿਹੜੀ ਸੁਧਾਰਨ ਦੀ ਲੋੜ ਹੈ, ਉਹਨੂੰ ਤੁਸੀਂ ਕਿਵੇਂ ਉਹਦੇ ਚੋਂ ਨਿਰਵਿਰਤ ਕਰ ਸਕਦੇ ਹੋ, ਉਹਨੂੰ ਕਿਵੇਂ ਲਾਮੇ ਕਰ ਸਕਦੇ ਹੋ? ਬੰਦੇ ਦੀਆਂ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ, ਅਸੀਂ ਸ਼ਬਦ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਓਵਰ ਵਰੀਜ਼ ਦੇ ਆਰ ਕਿਲਿੰਗ ਐਵਰੀਥਿੰਗ, ਦੇ ਆਰ ਐਕਚੁਅਲੀ grass root of our stress, they are the grass root of our depression, they are the grass root of our anxiety. If we are not countering those kind of issues inside us, how can we be healthy? ਸੋ ਇਹ ਰੂਪ ਜਿਹੜਾ ਇਸ ਤਰੀਕੇ ਨਾਲ ਇਹਦੀ ਬਾਤ ਕੀਤੀ ਗਈ, ਇਹ ਗੁਰੂ ਗ੍ਰੰਥ ਸਾਹਿਬ ਦੀ ਆਭਾ ਆ। ਇਸ ਆਭਾ ਨੂੰ ਮਹਾਰਾਜ ਨੇ ਸ਼ਬਦਾਂ ਲਫ਼ਜ਼ਾਂ ਦੇ ਰੂਪ ਵਿੱਚ ਪਾ ਕੇ ਸਾਡੀ ਝੋਲੀ ਵਿੱਚ ਪਾਇਆ। ਫਿਰ ਕੱਲਾ ਇਹ ਨਹੀਂ ਗਾ, ਸਮਾਜਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਅੱਜ ਆਪਾਂ ਦੇਖਦੇ ਹਾਂ ਕੈਨੇਡੀਅਨ ਇਲੈਕਸ਼ਨ 'ਚ ਅਸੀਂ ਲੰਘ ਰਹੇ ਹਾਂ, ਕਿਸੇ ਨਾ ਕਿਸੇ ਤਰੀਕੇ ਨਾਲ ਵਾਈਟ ਸੁਪਰਮੇਸੀ ਥੋੜ੍ਹੀ ਬਹੁਤੀ ਰੂਪ ਵਿੱਚ ਤੁਸੀਂ ਇਹਨੂੰ ਫੇਸ ਕਰ ਰਹੇ ਹੋ। ਸਰਫੇਸ ਦੇ ਉੱਤੇ ਡੀਪ ਲੈਵਲ ਤੇ ਦੇਖੋਗੇ ਤੁਹਾਨੂੰ ਹੋਰ ਨਜ਼ਰ ਪਏਗੀ, ਹੋਰ ਚੀਜ਼ਾਂ ਨਜ਼ਰ ਪੈਣਗੀਆਂ। ਇਹੋ ਜਿਹੀਆਂ ਚੀਜ਼ਾਂ ਨੂੰ ਵੀ ਕਾਊਂਟਰ ਕੀਤਾ ਜਾਣਾ ਚਾਹੀਦਾ ਦੋਨਾਂ ਰੂਪਾਂ ਦੇ ਵਿੱਚ, ਇੱਕ ਗਵਰਨਿੰਗ ਸਿਸਟਮ ਦੁਆਰਾ, ਦੂਸਰਾ ਕਮਿਊਨਿਟੀਜ਼ ਦੁਆਰਾ। ਕਮਿਊਨਿਟੀ ਉਸ ਲੈਵਲ ਤੇ ਵੀ ਬਾਤ ਕਰਨ ਜਿੱਥੇ ਜਿਸ ਕਿਸਮ ਦਾ ਸਾਡਾ ਰੋਲ
ਦਾ ਉਸ ਰੋਲ ਨੂੰ ਪਹਿਚਾਨਿਆ ਜਾਏ। ਸੋ ਇਸ ਸਾਰੇ ਦੇ ਵਿੱਚ ਗੁਰੂ ਬਾਬਾ ਜੀ ਦੀ ਜਿਹੜੀ ਬਾਣੀ ਦੀ ਬਾਤ ਮੈਂ ਕਰ ਰਿਹਾ ਸੀਗਾ ਕਿ ਮਾਹੌਲ ਸਦਾ ਉਵੇਂ ਦਾ ਨਹੀਂ ਰਹਿੰਦਾ। ਚੇਤੇ ਰੱਖ, ਜਦੋਂ ਸੁੱਖ ਦੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਸੈਦਪੁਰ ਦੇ ਲੋਕੋ, ਉਦੋਂ ਵੀ ਖਿਆਲ ਕਰੋ ਕਿ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਤੀ ਮੁਨ, ਇਹ ਵੀ ਹਾਲਾਤ ਹੋ ਸਕਦੇ ਨੇ। ਸੋ ਇਹੋ ਜਿਹੇ ਬਚਨ ਸੱਤ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੱਚ ਕੀ ਬੇਲਾ, ਉਹ ਵਾਲੀ ਬਾਤ ਕੀਤੀ ਬਾਬਾ ਜੀ ਨੇ। ਇਸੇ ਰੂਪ ਦੇ ਵਿੱਚ ਮਹਾਰਾਜ ਨੇ ਜਦੋਂ ਬਿਆਨ ਕੀਤਾ, ਇਹ ਦੁਨੀਆ ਦੇ ਲੋਕੋ ਇਹ ਮੇਰੇ ਬੋਲ ਨਹੀਂ ਗਏ, ਇਹ ਨਾ ਜਾਣਿਆ ਜੇ ਕਿ ਇਹ ਮੇਰੇ ਬੋਲ ਨੇ ਨਾ, ਮੈਂ ਤੇ ਉਹ ਕਹਿ ਰਿਹਾ जैसी में आवे खसम की बाणी। जो खसम ने कहा, खसम मलकीयत रखदा, मलकीयत रखदे सारे कासे नूं संभालण चलाउण वाली जोत, जिन्हों असीं ओंकार कहने, जिहड़ी एग्जिस्टेंस आ, जदों विवेक दे लैवल ते एग्जिस्टेंस दे नाल उस तरीके दा तालमेल स्थापित होया, जदों अलाइनमेंट होई है, मैं ਉਹਦੇ ਚੋਂ ਇਹ ਬਚਨ ਕਹਿ ਰਿਹਾ। ਇਹਦੇ ਚ ਰਤਾ ਮਾਤਰ ਵੀ ਮੇਰਾ ਆਪਣਾ ਲਾਲਚ, ਮੇਰੀ ਆਪਣੀ ਕੋਈ ਨੀਡ ਲੋੜ, ਮੇਰੀ ਆਪਣੀ ਕੋਈ ਨਿਜ ਸਵਾਰਥਤਾ ਕੁਝ ਨਹੀਂਗਾ। ਇਹਦੇ ਚ ਸਿਰਫ ਮਾਨਵਤਾ ਦਾ ਕਲਿਆਣ ਤੇ ਭਲਾ ਹੈ। ਇਸ ਚੀਜ਼ ਨੂੰ ਸ਼ਬਦ ਗੁਰੂ, ਇਸ ਚੀਜ਼ ਨੂੰ ਮਾਨਵਤਾ ਦਾ ਗੁਰੂ, ਤੇ ਇਸ ਚੀਜ਼ ਨੂੰ ਆਪਣੇ ਗੁਰੂ ਦੇ ਰੂਪ ਵਿੱਚ ਮਹਾਰਾਜ ਨੇ ਬਿਆਨ ਕੀਤਾ। ਇਹ ਹੈ ਸ਼ਬਦ ਗੁਰੂ ਦਾ ਤਸੱਵਰ। ਤੇ ਫਿਰ ਇਸ ਨੂੰ ਮਹਾਰਾਜ ਨੇ ਉਸ ਵਕਤ ਉਸ ਖਿੱਤੇ ਦੇ ਜਿੱਥੇ ਜਿੱਥੇ ਗੁਰੂ ਸਾਹਿਬ ਇੱਕ ਲੈਬ ਤਿਆਰ ਕਰਦੇ ਨੇ, ਕਿਉਂਕਿ ਇਹ ਲੈਬ ਹੀ ਹੈ ਕਿ ਕਰਤਾਰਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਦਾ ਇੱਕ ਸਫ਼ਰ, ਪੂਰੀ ਦੀ ਪੂਰੀ ਇੱਕ ਜਰਨੀ ਹੁੰਦੀ ਹੈ 240 ਸਾਲ ਦੇ ਸਮੇਂ ਦੇ ਵਿੱਚ, ਜਿਹਦੇ ਵਿੱਚ ਇੱਕ ਖਾਲਿਸ ਮਨੁੱਖੀ ਸੋਚ ਜਿਹੜੀ ਹੈ ਉਹਦੀ ਘਾੜਤ ਘੜੀ ਜਾਂਦੀ ਹੈ। ਅੱਜ ਦੀ ਤਾਰੀਖ ਵਿੱਚ ਵੀ ਕਈ ਵਾਰੀ ਅਸੀਂ ਸੋਚਦੇ ਇਟਸ ਟੂ ਗੁੱਡ ਟੂ ਬਲੀਵ। ਉਸ ਸਮੇਂ ਦੇ ਵਿੱਚ ਜਦੋਂ ਲੋਕ ਇਸ ਤਰੀਕੇ ਦੇ ਨਾਲ ਐਥਿਕਸ ਦੇ ਲੈਵਲ ਤੇ ਬਿਲਕੁਲ ਨਿਗਰੇ ਹੋਏ ਸੀ, ਸਭ ਚੀਜ਼ਾਂ ਮੌਜੂਦ ਸੀਗੀਆਂ, ਪਰ ਇਹੋ ਜਿਹੇ ਲੋਕ ਵੀ ਸੀਗੇ ਜਿਹਨੂੰ ਅੱਜ ਕਮਿਊਨਿਟੀ ਕਿਚਨ ਦੇ ਰੂਪ ਵਿੱਚ ਯਾਦ ਕਰਦੇ ਆ, ਲੰਗਰਾਂ ਦੇ ਰੂਪ ਵਿੱਚ ਲੰਗਰ ਚੱਲਦੇ ਸੀਗੇ। ਉਹ ਵੀ ਦੌਰ ਸੀਗਾ ਜਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਮੈਦਾਨੇ ਜੰਗ ਦੇ ਵਿੱਚ ਮਨੁੱਖ ਨੂੰ ਮਨੁੱਖ ਕਰਕੇ ਟਰੀਟ ਕੀਤਾ ਜਾਏ, ਨਾ ਕਿ ਉਹ ਮੁਸਲਮਾਨ ਹੈ, ਉਹ ਹਿੰਦੂ ਹੈ, ਉਹ ਸਿੱਖ ਹੈ, ਜਾਂ ਉਹ ਕਿਸ ਧੜੇ ਪਾਸੇ ਤੋਂ ਲੜ ਰਿਹਾ ਹੈਗਾ। ਇਹ ਤੇ ਬੜੀ ਬਾਅਦ ਰੈੱਡ ਕਰਾਸ ਦੀਆਂ ਬਾਤਾਂ ਆਈਆਂ, ਚੀਜ਼ਾਂ ਆਈਆਂ। ਉਹ ਸ਼ਖਸ ਜਿਹੜਾ ਮੋਢੇ ਤੇ ਮਸ਼ਕ ਪਾਉਂਦਾ ਤੇ ਸਾਰਿਆਂ ਨੂੰ ਪਾਣੀ ਪਿਆਉਂਦਾ ਹੈਗਾ। ਇਟਸ ਟੂ ਗੁੱਡ ਟੂ ਬਲੀਵ। ਇਹ ਹੋ ਨਹੀਂ ਸਕਦਾ, ਪਰ ਇਹ ਹੋਇਆ, ਇਹ ਚੀਜ਼ਾਂ ਵਾਪਰੀਆਂ। ਤੇ ਫਿਰ ਕੱਲਾ ਇਹ ਨਹੀਂਗਾ, ਵਕਤ ਨੇ ਆਪਣੇ ਤਰਜ਼ ਤੇ ਬਹੁਤ ਕੁਝ ਐਸਾ ਦੇਖਿਆ ਤਰਜਮਾਨੀ ਦੇ ਵਿੱਚ, ਸਾਰੇ ਦੇ ਰੂਟ ਵਿੱਚ ਸ਼ਬਦ ਪਿਆ ਹੈ। ਤੇ ਸ਼ਬਦ ਵੀ ਉਹਨਾਂ ਦੀ ਅਗਵਾਈ ਕਰਦਾ ਜਿਨ੍ਹਾਂ ਦੀਆਂ ਜਨਰੇਸ਼ਨਸ ਦੇ ਵਿੱਚ, ਮਤਲਬ ਸਰਦਾਰੀ ਦੀ ਬਾਤ ਕਰਦੇ ਨਾ ਸੀ, ਸਰਦਾਰੀ ਤੇ ਰੁਤਬੇ ਦੀ ਗੱਲ ਆ, ਅਦਬ ਦੀ ਗੱਲ ਆ, ਸਤਕਾਰ ਦੀ ਗੱਲ ਆ, ਪਰ ਅਦਬ ਸਤਕਾਰ ਤੇ ਮਨੁੱਖ ਹੋ ਕੇ ਮਿਲੇਗਾ। ਤੇ ਮਨੁੱਖ ਹੋਣ ਵਾਸਤੇ ਤਾਲੀਮ, ਐਜੂਕੇਟ ਹੋਣਾ, ਸਮਾਜ ਦੇ ਵਿੱਚ ਸਿੱਖਿਅਤ ਹੋਣਾ, ਉਸ ਲੈਵਲ ਤੇ ਸਮਝਦਾਰ ਹੋਣਾ ਜਿੱਥੇ ਉਹਨੂੰ ਵਰਤਣਾ, ਵਿਚਰਨਾ ਤੇ ਵਿਹਾਰ ਕਰਨਾ ਆ ਸਕੇ, ਉਹ ਸਾਰੇ ਲਈ ਸ਼ਬਦ ਦੀ ਆਭਾ ਨਾਲ ਮੰਡਿਤ ਕੀਤਾ। ਅੱਖਰ ਲੋਕਾਂ ਵਾਸਤੇ ਕਾਲਾ ਅੱਖਰ ਭੈਂਸ ਬਰਾਬਰ, ਲਫ਼ਜ਼ਾਂ ਦੀ ਉਸ ਤਰੀਕੇ ਦੀ ਸਾਂਝ ਦੀ ਕੋਈ ਬਾਤ ਨਹੀਂ ਸੀ ਹੈਗੀ। ਗੁਰੂ ਸਾਹਿਬ ਨੇ ਸ਼ਬਦ ਗੁਰੂ ਦਾ ਤਸੱਵੁਰ ਪ੍ਰਗਟਾਇਆ ਤੇ ਮਹਾਰਾਜ ਉਸ ਲੈਵਲ ਤੇ ਲੈ ਕੇ ਆ, ਜਿਵੇਂ ਜਿਸ ਦੀ ਥੋੜਾ ਹੀ ਗੁਰੂ ਅਰਜਨ ਸਾਹਿਬ ਦੇ ਪ੍ਰਕਾਸ਼ ਦੀ ਬਾਬਤ ਵੀ ਬਾਤ ਕਰਦੇ ਹਾਂ, ਸਿਰਫ ਇੱਕ ਛੋਟਾ ਜਿਹਾ ਵੇਰਵਾ ਦੇ ਦਿਆਂ। ਉਹਦਾ ਰੀਜ਼ਨ ਇਹ ਹੈ, ਟ੍ਰੈਡੀਸ਼ਨਲ ਵੇ ਨਾਲ ਤਾਂ ਅਸੀਂ ਗੁਰਪੁਰਬ ਮਨਾ ਸਕਦੇ ਹੈਗੇ ਆ। ਆਈ ਕੈਨ ਐਕਚੁਅਲੀ talk about the histories of that specific chapter when Guru Arjan Sahib compiled the whole Bani and the specific day when they selected Baba Buddha Ji to do all that stuff. But ਇਹਦੇ ਵਿਚਲੇ ਪਿਛੋਕੜ ਨੂੰ ਥੋੜਾ ਵੇਖੀਏ ਤਾਂ ਕਿ ਵਿਰਾਸਤੀ ਰੰਗ ਵਿੱਚੋਂ ਅਸੀਂ ਆਪਣੇ ਆਪ ਨੂੰ
ਕੁਝ ਇਨਲਾਈਟਡ ਕਰ ਸਕੀਏ। ਹੁਣ ਜੇ ਆਪਾਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਨੇ ਪਹਿਲਾਂ ਆਪਣਾ ਪੂਰਾ ਸਮਾਂ, ਪੂਰਾ ਜੀਵਨ ਲਗਾ ਦਿੱਤਾ। ਅਲਟੀਮੇਟਲੀ ਕਰਤਾਰੀ ਕੁਦਰਤ ਦੇ ਵਿੱਚ ਇਹ ਚੀਜ਼ ਪੱਕੀ ਹੈ ਕਿ ਜੋ ਆਇਆ ਹੈ ਉਸ ਦੀ ਵਿਦਾਇਗੀ ਵੀ ਹੋਏਗੀ, ਇੱਕ ਦਿਨ ਤਤ ਤੱਤਾਂ 'ਚ ਵਿਲੀਨ ਹੋਣਗੇ। ਬਾਬਾ ਨਾਨਕ ਜੀ ਅਹਿਸਾਸ ਗਏ ਸਮਾਂ ਆ ਗਿਆ ਚਲਾਣੇ ਦਾ, ਜੋਤੀ ਜੋਤ ਸਮਾਉਣ ਦਾ। ਮਹਾਰਾਜ ਨੇ ਉਸ ਵਕਤ ਕੁਝ ਜੁਗਤ ਜਿਹੜੀਆਂ ਨੇ ਉਹ ਅਪਣਾਈਆਂ ਅਤੇ ਭਾਈ ਲਹਿਣਾ ਜੀ ਨੂੰ ਕਹਿੰਦੇ ਨੇ ਸਿਲੈਕਸ਼ਨ ਹੋਈ। ਉਸ ਸਿਲੈਕਸ਼ਨ ਦੇ ਵਿੱਚ ਵੀ ਪੂਰੀ ਇੱਕ ਸਾਖੀ ਆਉਂਦੀ ਹੈ, ਜੋ ਸਾਖੀ ਨੂੰ ਅਸੀਂ ਵਿਵੇਕ ਦੇ ਤਲ 'ਤੇ ਉਹਨੂੰ ਵੇਖਦੇ ਹਾਂ, ਉਹਦੀ ਇੰਟਰਪ੍ਰੀਟੇਸ਼ਨ ਕਰਦੇ ਹਾਂ। ਅਤੇ ਹੋਇਆ ਕੀ ਕਿ ਅੱਜ ਕਰਤਾਰਪੁਰ ਦੇ ਵਿੱਚ ਧਰਮਸਾਲ ਦੇ ਵਿੱਚ ਸੰਗਤ ਆ ਰਹੀ ਹੈ, ਜਿਵੇਂ ਰੂਟੀਨ 'ਚ ਸੰਗਤ ਆਉਂਦੀ ਸੀ। ਹੋਇਆ ਕਿ ਬਾਬਾ ਨਾਨਕ ਜੀ ਮੰਜੀ ਬੈਠ ਕੀਆ ਅਵਤਾਰਾ, ਮੰਜੇ 'ਤੇ ਬੈਠਦੇ ਹੁੰਦੇ ਸੀਗੇ ਆਸਨ ਦੇ ਉੱਤੇ, ਅੱਜ ਹੈ ਨਹੀਂ ਗੇ, ਮੰਜਾ ਖਾਲੀ ਹੈ। ਕੁਝ ਸੰਗਤਾਂ ਬਾਹਰੋਂ ਆਈਆਂ, ਉਹਨਾਂ ਨੇ ਕਿਹਾ ਵਿਸ਼ਵਾਸ ਤਾਂ ਨਹੀਂ ਹੋਇਆ, ਪਰ ਜੋ ਅੱਖਾਂ ਦੇਖ ਕੇ ਆਈਆਂ ਨੇ ਬਾਹਰ, ਹੁਣ ਉਹ ਸੱਚ ਹੀ ਲੱਗਦਾ। ਕੀ ਦੇਖਿਆ? ਇੱਕ ਧਾਨਕ ਦਾ ਰੂਪ ਬਣਾਇਆ ਸੀ, ਲੱਗਦੇ ਗੁਰੂ ਨਾਨਕ ਸਾਹਿਬ ਸੀਗੇ, ਨਾਲ ਕੁਝ ਕੁੱਤੇ ਸੀਗੇ, ਹੱਥ 'ਚ ਛੁਰਾ ਫੜਿਆ ਸੀਗਾ। ਓ ਹੋ ਅੱਛਾ, ਬਾਬਾ ਨਾਨਕ ਜੀ। ਇੱਕਦਮ ਕੁਝ ਸੰਗਤ ਦੇ ਜੀ ਹੋਰ ਬਾਹਰ ਦੇਖਣ ਵਾਸਤੇ ਕਿ ਵਾਕਿਆ ਜੀ ਬਾਬਾ ਨਾਨਕ ਜੀ ਨੇ ਧਾਨਕ ਦਾ ਰੂਪ ਬਣਾਇਆ। ਹੁਣ ਕੀ ਹੈ ਕਿ ਜਿਹੜੀ ਗੁਰੂ ਦੀ ਸੁਰਤ ਨੂੰ ਪਹਿਚਾਨਣਾ ਆ, ਕਈ ਵਾਰ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਕੁਝ ਸੰਸਥਾਵਾਂ ਦੀ ਨਿਜ਼ਾਮਤ ਵਿੱਚ ਕਮੀ ਆ ਜਾਂਦੀ ਹੈ। ਕਈ ਵਾਰ ਸਮਾਜ ਦੇ ਵਿੱਚ ਕੁਝ ਇਹੋ ਜਿਹਾ ਐਲੀਮੈਂਟ ਉਸ ਜਗ੍ਹਾ ਤੇ ਆ ਬੈਠਦਾ ਜਿੱਥੇ ਉਹਨੂੰ ਹੋਣਾ ਨਹੀਂ ਚਾਹੀਦਾ। ਜਿਵੇਂ ਮਸੰਦ ਆ ਕੇ ਬੈਠ ਗਏ ਸੀ, ਮਸੰਦਾਂ ਦੇ ਵਿਹਾਰ ਨੂੰ ਦੇਖ ਕੇ ਇਹ ਮੰਨ ਲਿਆ ਜਾਂਦਾ ਕਿ ਤੇ ਬਸ ਗੁਰੂ ਦੀ ਬਾਤ ਹੀ ਕਿਸੇ ਕੰਮ ਜੋਗੀ ਨਹੀਂ ਹੈ। ਇਹ ਤੇ ਗੁਰੂ ਦਾ ਰਾਹ ਹੀ ਕਿਸੇ, ਸਿੱਖੀ ਹੈ ਹੀ ਕਿਸੇ ਕੰਮ ਚੁੱਕ ਨਹੀਂ। ਇਹੋ ਜਿਹੇ ਬੰਦੇ ਦੇਖੋ ਅਗਵਾਈ ਕਰ ਰਹੇ ਨਾ। ਬਲਕਿ ਹੋਇਆ ਕਿ ਉਹਨਾਂ ਕਿਹਾ ਨਾ ਇਹਨਾਂ ਨੂੰ ਅਕਾਊਂਟੇਬਲ ਬਣਾਓ। ਸਿੱਖੀ ਇਹ ਥੋੜਾ ਸਿਖਾ ਰਹੀ ਹੈ, ਇਹ ਸਿੱਖੀ ਤੋਂ ਉਲਟ ਚੱਲ ਰਹੇ ਨੇ। ਪੂਰੇ ਦਾ ਪੂਰੀ ਜਿਹੜੀ ਹੈ ਉਹਦੇ ਸਾਰੇ ਦੇ ਵਿੱਚ ਤੁਸੀਂ ਦੇਖੋ ਰਿਫਾਰਮ ਹੋ ਗਿਆ, ਸਾਰੇ ਦਾ ਸਾਰਾ। ਤੇ ਇਹ ਚੀਜ਼ ਵਕਤ ਬਾ ਵਕਤ ਆਉਂਦੀ ਹੀ ਰਹੀ। ਸੋ ਇਹ ਰੂਪ ਜਿਹੜਾ ਆ, ਇਹ ਚੀਜ਼ਾਂ ਗੁਰੂ ਮਹਾਰਾਜ ਨੇ ਸਿਖਾਈਆਂ, ਜੁਗਤ ਪਾ ਪਾ ਕੇ ਦੱਸਿਆ। ਕਿਸੇ ਇੱਕ ਚੀਜ਼ ਦੇ ਮਗਰ ਅੱਖਾਂ ਬੰਦ ਕਰਕੇ ਨਾ ਲੱਗ ਜਿਓ। ਜੋ ਤੁਹਾਨੂੰ ਸੋਨ ਕਣੀ ਦੇ ਰਹੇ ਆ, ਇਸ ਸੋਨ ਕਣੀ ਨੂੰ ਸੰਭਾਲ ਕੇ ਰੱਖਿਆ ਜੇ। ਇਹ ਸਿੱਖ ਹੋਣਾ ਸੱਚੀ ਸਿੱਖਿਆ ਦੇ ਧਾਰਨੀ ਹੋਣਾ ਆ। ਖੈਰ ਹੋਇਆ ਕਿ ਬਾਬਾ ਨਾਨਕ ਜੀ ਇਸ ਰੂਪ ਵਿੱਚ ਤੁਰੇ ਤੇ ਉਹ ਸੰਗਤਾਂ ਦੇ ਕੁਝ ਜੀ ਆਏ, ਕੁਈਆਂ ਨੇ ਤੇ ਆ ਕੇ ਦੇਖਿਆ ਬਸ ਜੀ ਆਪਾਂ ਤੇ ਬਸ ਹੁਣ ਆਉਣਾ ਨਹੀਂ, ਚਲੀਏ ਵਾਪਸ। ਸਾਖੀ ਤੇ ਬੜੀ ਲੰਮੀ ਚੌੜੀ ਹੈ। ਕਹਿੰਦੇ ਮਹਾਰਾਜ ਨੇ ਆਪਣੇ ਖੀਸੇ 'ਚ ਹੱਥ ਪਾਏ, ਕੁਝ ਮੋਹਰਾਂ ਸੱਟ ਦਿੱਤੀਆਂ, ਕੁਝ ਮੋਹਰਾਂ ਚੁੱਕ ਕੇ ਚਲੇ ਗਏ, ਕੁਝ ਹੀਰੇ ਸੱਟ ਤੇ ਹੀਰੇ ਚੁੱਕ ਕੇ ਚਲੇ ਗਏ।
फिर भी कोई तुरी गए। अखीर ते एक जगह ते जाके बाबा जी ने कुछ बोल बोले, वो बोल बहुतिਆਂ ਨੂੰ ना गवारा गुजरे ते ਵੱਡੀ ਜਿਹੜਾ ਹਜ਼ੂਮ ਸੀਗਾ ਉਹ ਨਿਖਰ ਗਿਆ, ਉਹ ਚਲਾ ਗਿਆ। ਉਸ ਤੋਂ ਬਾਅਦ ने बहुत थोड़े ਜਿਹੇ ਰਹਿ ਗਏ। फिर अखीर बाबा बुढ़ा जी ते भाई लहणा जी रह गए। फिर बाबा बुढ़ा जी भी पिछे हट गए। फिर भाई लहणा जी ते बाबा जी वो पूरी जुगत पूरी हुई ते समापन होया। लहणा जी की परख कहते पूरी हो गई। अगला दिन फिर आया, दीवान सजया। अज फिर कुछ संगत आईया, कुछ जेड़े कल वापस चले गए फिर आए, देख के ते आइए की बनया। कल जो आए तो बाबा जी जी तो उस तरह बैठे ने, सेम संगत का रूप चल रहा है, कीर्तन हो रहा है। कईयां नूं एहसास होया बाबा जी ने कोई कौतक किया, जुगत वरताई है कोई, उहदे पिछे कोई मैसेज सीगा, असीं कोई ग्रैब नहीं कर पाए। खैर सारे आप अपनी सुरत च ने सोच रहे ने, बाबा जी तो पूछा जाए तो हालात ਇਹੋ ਜਿਹੇ ਬਣਦੇ। गुरु नानक साहब संगत ਨੂੰ एड्रैस करते तो कहते, संगत जी वैसे तो बड़ा प्यार करते हो सानू तुसीं, पर कल की होया, वडेरा शरीर है मेरा, मैनू तुसीं इकल्ले नूं जंगल छड्ड गए। आखिरकार एवें तो ना करना चाहिए। जे प्यार करीदा उसकी केयर करीदी, संभाल करीदी है। कुछ मोहतबर संगत के जी इकट्ठे हुए, उन्हें हाथ बन के महाराज ने विनती की, महाराज माफी चाहांगे, कल कौतक नूं असीं समझ नहीं पाए। बाबा जी कहते ना ना, जवाब दो मैनूं एग्जैक्टली जिहड़ी असल विच बात हुई। होया कि तुसीं छड्ड के क्यों चले गए कल? कुछ संगत के जियां ने यह जवाब दिता, महाराज असीं तुहाडे कोल ना रब्बी बचन सुन लिए उन्हें, रब दे बचन बाणी सुन लिए आने। कल जो तुसीं जंगल नूं गए, तुसीं बोल जिहड़े बोले वो सानूं बिल्कुल ठीक नहीं लगे। असीं क्या असीं इन्हां बोलां दे गाहक नहीं हैगे। असीं ते बाणी दे गाहक हां, सच दे उपदेश दे गाहक हां। बाबा जी कहने एक बारी फिर दोहरा के क्या जे की क्या जे, कहने लगे जी गल ये है कि कल जो बचन तुसीं बोले सानू रब्बी बोल ना लगे, सिर्फ रब्बी बोल बुण सुन लिया है। तो बचन सन तो वाणी सुन ली आए सीगे। बाबा जी कहने लगे बस इसे गल नूं घुट के फड़ लिया जे, तुहाडा ते मेरा रिश्ता बाणी दा रिश्ता आ।
ਜੋ ਬੋਲ ਤੁਸੀਂ ਅੱਜ ਤੱਕ ਇਸ ਜਗ੍ਹਾ ਤੋਂ ਸੁਣਦੇ ਸੀਗੇ, ਇਸ ਸਰੀਰ ਤੋਂ ਸੁਣਦੇ ਸੀਗੇ, ਬਸ ਇਹ ਬੋਲ ਹੁਣੇ ਨਹੀਂ ਸੁਣਾਏਗਾ, ਹੁਣ ਆ ਸੁਣਾਏਗਾ। ਲਹਿਣਾ ਜੀ ਦੀ ਬਾਂਹ ਬੜੀ ਅੱਗੇ ਕਰਤਾ, ਇਹਦੇ ਤੋਂ ਸੁਣੋਗੇ ਤੁਸੀਂ। ਸਾਡੀ ਤੁਹਾਡੀ ਸਾਂਝ ਬਾਣੀ ਦੀ ਹੈ। ਇਹ ਸ਼ਬਦ ਨਾਲ ਗੁਰੂ ਸਾਹਿਬ ਨੇ ਜੋੜਿਆ। ਕਿਹਾ ਇੱਥੇ ਸਰੀਰ ਪ੍ਰਸਤਗੀ ਨਹੀਂ, ਇੱਥੇ ਤੇ ਸ਼ਬਦ ਦੀ ਆਬਾਈ ਮੰਡਤਿਆ। ਸਿਸ ਰੂਪ ਸ਼ਬਦ ਦਾ ਪ੍ਰਸਾਰ ਅੱਗੇ ਵਧਿਆ ਇਸ ਤਰੀਕੇ ਨਾਲ। ਪਰ ਇਹ ਹੈ ਜਿਸ ਸਮਾਜ ਦੇ ਵਿੱਚ ਭਗਤ ਕਹਿੰਦੇ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਹੈ। ਇਹਦਾ ਮਤਲਬ ਬਕਾਇਦਾ ਤੌਰ ਤੇ ਲੋਕੀ ਕਿਸੇ ਖਾਸ ਇੰਡੀਵਿਜੂਅਲ ਨੂੰ ਗੁਰੂ ਧਾਰਨ ਕਰਦੇ, ਤੇ ਖਾਸ ਕਰਕੇ ਬ੍ਰਾਹਮਣੀ ਧਾਰਾ ਦੇ ਵਿੱਚੋਂ। ਉਹਦੀ ਗੱਲ ਮੰਨਦੇ, ਉਹਨੂੰ ਉਸ ਹਾਈ ਰੁਤਬੇ ਤੇ ਮੰਨਦੇ। ਉਹਦੀ ਗੱਲ ਕਹੀ ਹੋਈ ਪੱਥਰ ਤੇ ਲਕੀਰ ਹੁੰਦੀ। ਅੰਤਮ ਸੱਚ ਗੁਰੂ ਤੇ ਉਹੀ ਹੁੰਦਾ ਨਾ। ਇੱਥੇ ਗੁਰੂ ਮਹਾਰਾਜ ਨੇ ਇੱਕ ਗੁਰੂਸ਼ਿਪ ਸ਼ਖਸੀ ਤੌਰ ਤੇ ਚਲਾਈ, ਪਰ ਲਿਆਂਦੀ ਉਸ ਜਗ੍ਹਾ ਤੇ ਜਿੱਥੇ ਜਾ ਕੇ ਸਪਿਰਿਚੁਅਲ ਜਿਹੜੀ ਲਿਖਾਵਟ ਆ, ਸਕ੍ਰਿਪਚਰ ਆ, ਉਹ ਮਾਸਟਰ ਦੇ ਰੂਪ ਵਿੱਚ ਆਵੇਗਾ। ਫਿਰ ਇਹੀ ਦੌਰ ਅੱਗੇ ਚੱਲਦਾ ਆ। ਧੰਨ ਗੁਰੂ ਅਮਰਦਾਸ ਮਹਾਰਾਜ ਉਹ ਸ਼ਬਦ ਦੇ ਜ਼ਰੀਏ, ਤੇ ਸ਼ਬਦ ਦੇ ਜ਼ਰੀਏ ਉਸ ਜਗ੍ਹਾ ਤੇ ਲੈ ਕੇ ਜਾਂਦੇ ਜਿੱਥੇ ਮਾਨਵਤਾ ਨੂੰ ਦੱਸਿਆ ਜਾਂਦਾ। ਮਾਨਵਤਾ ਤੁਸੀਂ ਆਪਣੇ ਆਪ ਨੂੰ ਆਨੰਦਿਤ ਕਰੋਗੇ। ਸਭ ਤੋਂ ਵੱਧ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਆਨੰਦ ਸਾਹਿਬ, ਗੁਰੂ ਅਮਰਦਾਸ ਸਾਹਿਬ ਦੀ ਬਾਤ ਆ। ਇਹਨੂੰ ਤੁਸੀਂ ਪੜ੍ਹੋ। ਇਹਦੇ ਵਿੱਚ ਜਿੱਥੇ ਬਾਤ ਸ਼ੁਰੂ ਹੋਈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਇਹ ਜਿਹੜੀ ਰਚਨਾ ਆ, ਇਹ ਤੁਹਾਨੂੰ ਤੱਕ ਲੈ ਕੇ ਜਾਏਗੀ। ਉਸੇ ਰਚਨਾ ਜੀ ਮਹਾਰਾਜ ਨੇ ਕਿਹਾ, ਐ ਸਿੱਖ ਪਿਆਰਿਓ, ਤੁਸੀਂ ਜਿਹੜੀ ਹੈ ਸਤ ਦੀ ਬਾਣੀ ਗਾਉਣੀ ਹੈ, ਗੁਰੂ ਕੀ ਬਾਣੀ ਗਾਉਣੀ ਹੈ। ਇਸ ਰੂਪ ਵਿੱਚ ਚੇਤੇ ਰੱਖਿਆ ਜੇ। ਆਓ ਸੰਤ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਉਹ ਬਾਣੀ ਜਿਹੜੀ ਸ਼੍ਰੋਮਣੀ ਬਾਣੀ ਹੈ, ਸਿਰਮੌਰ ਬਾਣੀ ਹੈ। ਸਿਰਮੌਰ ਬਾਣੀ ਕਿਹੜੀ ਹੋਏਗੀ? ਜਿਹਦੇ ਚ ਸੱਚ ਦਾ ਉਪਦੇਸ਼। ਫਿਰ ਵਕਤ ਆਪਣੀ ਜਚਿਆ ਚੱਲਿਆ। ਅੱਜ ਦੀ ਤਾਰੀਖ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਬਹੁਤ ਕੁਝ ਐਸਾ ਹੋਇਆ ਪਿਛਲੇ ਸਮੇਂ ਦੇ ਵਿੱਚ, ਜਿੱਥੇ ਗੁਰੂਸ਼ਿਪ ਨੂੰ ਡਾਇਰੈਕਟਲੀ ਵੀ ਚੈਲੰਜ ਕੀਤਾ ਗਿਆ, ਕੁਝ ਟ੍ਰੈਡੀਸ਼ਨਸ ਦੇ ਦੁਆਰਾ ਚੈਲੰਜ ਕੀਤਾ ਗਿਆ। ਕਿਤੇ ਗੁਰੂ ਸਾਹਿਬ ਵਰਗਾ ਚੋਲਾ ਪਾ ਲਿਆ, ਕਿਤੇ ਗੁਰੂ ਸਾਹਿਬ ਵਰਗਾ ਕੁਝ ਇਹੋ ਜਿਹਾ ਜਿਹੜਾ ਹੈਗਾ ਮਤਲਬ ਪ੍ਰਪੰਚ ਰਚਨ ਦੀ ਬਾਤ ਕੀਤੀ ਗਈ। ਇਹੋ ਜਿਹੀਆਂ ਚੀਜ਼ਾਂ ਤੁਸੀਂ ਪਿਛਲੇ ਸਮੇਂ 'ਚ ਬਹੁਤ ਕੁਝ ਦੇਖਿਆ। ਤੇ ਉਸ ਦੌਰ 'ਚ ਦੇਖੋ, ਜਿਸ ਦੌਰ ਦੇ ਵਿੱਚ ਗੁਰੂਸ਼ਿਪ ਇਸ ਲੈਵਲ ਤੇ ਜਾ ਰਹੀ ਹੈ, ਮਾਨਵਤਾ, ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ ਬਹੁਤ ਸਾਰੇ ਅਸੀਂ ਤੱਥ ਪੜ੍ਹਦੇ ਹਾਂ। ਵਕਤ ਦਾ ਹਿਸਟੋਰੀਅਨ ਹੈਗਾ ਮੋਹਸਨ ਫਾਨੀ, ਕਿਤਾਬ 'ਚ ਲਿਖਿਆ ਉਹਨੇ ਦਬਿਸਤਾਨ ਮਜ਼ਾਹਬ। ਬਾਅਦ 'ਚ ਪ੍ਰਿੰਸੀਪਲ ਗੰਡਾ ਸਿੰਘ ਉਹ ਸਾਰੇ ਨੂੰ ਕੱਢ ਲਿਆਏ ਉੱਥੋਂ, ਤੇ ਉਹਨਾਂ ਨੇ ਆ ਕੇ ਲਿਆ ਕੇ ਸਾਰੀ ਜਿਹੜੀ ਕੋਟ ਕੀਤੀ ਇੱਕ ਚੀਜ਼। ਜਿਵੇਂ ਬਹੁਤ ਸਾਰੇ ਪ੍ਰਸੰਗ ਅਸੀਂ ਹਿਸਟਰੀ 'ਚ ਪੜ੍ਹੀਏ, ਪੈਂਦੇ ਖਾਂ ਦਾ ਪ੍ਰਸੰਗ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ, ਇਹਨੂੰ ਸਾਡਾ ਕੋਈ ਵੀ ਬੰਦਾ ਜਾਂ ਕਿਸੇ ਹਿਸਟੋਰੀਅਨ ਨੇ ਕਦੀ ਨਹੀਂ ਸੀ ਮੰਨਣਾ।
ਐਵੇਂ ਕਿਵੇਂ ਹੋ ਸਕਦਾ ਵਗਦੀ ਜੰਗ ਦੇ ਵਿੱਚ ਗੁਰੂ ਸਾਹਿਬ ਤੇ ਪੈਂਦੇ ਖਾਂ ਐਵੇਂ ਲੜ ਰਹੇ ਹੋਣ ਤੇ ਗੁਰੂ ਸਾਹਿਬ ਪੈਂਦੇ ਖਾਂ ਨੂੰ 3 ਵਾਰੀ ਕਹਿਣ ਵਾਰ ਕਰ ਵਾਰ ਕਰ ਵਾਰ ਕਰ ਤੇ ਫਿਰ ਜਾ ਕੇ ਵਾਰ ਕਰ। ਨੋ ਨੋ ਨੋ, ਇਹ ਸਿੱਖਾਂ ਨੇ ਬਣਾਈ ਗੱਲ ਹੈ, ਇਹ ਅਸਲੀਅਤ ਨਹੀਂ ਹੈਗੀ। ਐਕਚੁਅਲੀ ਲੈਵਲ ਤੇ ਸਾਰੀ ਚੀਜ਼ ਨੂੰ ਐਜ਼ ਇਟ ਇਜ਼ ਕੋਟ ਕੀਤਾ ਹੈ ਮੋਹਸਨ ਅਫਾਨੀ ਨੇ, ਜਿਹਨੂੰ ਹਿਸਟਰੀ 'ਚ ਫਿਰ ਬਾਅਦ ਹਿਸਟੋਰੀਅਨ ਨੇ ਕੋਟ ਕੀਤਾ। ਆ ਵੀ ਦੇਖੋ, ਆ ਪੜ੍ਹ ਕੇ ਤੇ ਦੇਖੋ ਗੁਰੂ ਕੀ ਸੀਗਾ, ਜਿਸਨੇ ਇਸ ਰੂਪ ਦੇ ਚ ਪੈਂਦੇ ਖਾਂ ਨੂੰ ਇਸ ਤਰੀਕੇ ਨਾਲ ਦਰਸਾਇਆ ਤੇ ਆ ਸਾਰੀ ਬਾਤ ਹੋਈ। ਮਤਲਬ ਇਹੋ ਜਿਹੇ ਸੋਰਸ ਸਾਡੇ ਕੋਲ ਆਏ ਤੇ ਉਹਦੇ ਚ ਮੋਹਸਨ ਅਫਾਨੀ ਪਤਾ ਕੀ ਲਿਖਦਾ, ਕਹਿੰਦਾ ਪੂਰੇ ਹਿੰਦੁਸਤਾਨ ਦੀ ਉਸ ਵਕਤ ਜਿਹੜੀ ਪਾਪੂਲੇਸ਼ਨ ਹੈਗੀ 6 ਕਰੋੜ ਤੇ 6 ਕਰੋੜ ਦੇ ਵਿੱਚੋਂ ਅਰਾਊਂਡ 2 ਕਰੋੜ ਜਿਹੜੇ ਨੇ ਨਾ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਨਾਨਕ ਪ੍ਰਸਤਗੀ ਚ ਆ ਰਹੇ ਨੇ, ਜਿਹਨੂੰ ਵੇਖ ਕੇ ਜਿਹੜਾ ਸਮਰਾਜ ਆ, ਜਿਹੜਾ ਮੋਮਨੀ ਧਾਰਾ ਹੈ, ਉਹ ਸਾਰੇ ਦੇ ਸਾਰੀ ਮੁਗਲ ਸਮਰਾਜ ਉਹ ਹਲਦਾ ਟੁੱਟਦਾ। ਉਹ ਕਹਿੰਦਾ ਕੀ ਬਣ ਗਿਆ, ਜੇ ਇਹ ਨਾਨਕ ਪ੍ਰਸਤਰਾਂ ਹੋ ਗਏ ਅਸੀਂ ਰਾਜ ਕਿਤੇ ਕਰਾਂਗੇ। ਸੋ ਉਸ ਨੂੰ ਇਸ ਰੂਪ ਵਿੱਚ ਖਤਰਾ ਪੈਂਦਾ। ਇਹੋ ਜੀ ਹਸਤੀ ਹੈ ਗੁਰੂ ਸਾਹਿਬ ਦੀ। ਉਸ ਵਕਤ ਗੁਰੂ ਸਾਹਿਬ ਦੀ ਇਸ ਹਸਤੀ ਨੂੰ ਤੇ ਗੁਰੂ ਸਾਹਿਬ ਦੇ ਇੰਸਟੀਟਿਊਸ਼ਨਸ ਨੂੰ ਚੈਲੰਜ ਕਰਨ ਵਾਸਤੇ ਕੀ ਕੁਛ ਨਹੀਂ ਕੀਤਾ ਜਾਏਗਾ। ਤੇ ਗੁਰੂ ਸਾਹਿਬ ਦਾ ਤੇ ਉਪਦੇਸ਼ ਹੀ ਬਾਣੀ ਤੇ ਖੜਾ ਆ। ਤੇ ਆਪ ਅਹਿਸਾਸ ਕਰੋ ਕੀ ਹੋ ਰਿਹਾ ਸੀਗਾ ਕਿ ਨਾਨਕ ਦੀ ਮੋਹਰ ਲਾ ਕੇ ਲੋਕ ਆਪਣੇ ਤੌਰ ਤੇ ਲਫ਼ਜ਼ਾਂ ਨੂੰ ਕੱਢ ਰਹੇ ਨੇ। ਈਵਨ ਗੁਰੂ ਸਾਹਿਬ ਦੇ ਆਪਣੇ ਘਰ ਵਿੱਚ ਹੋਣਾ ਸ਼ੁਰੂ ਹੋ ਗਿਆ, ਮਿਹਰਬਾਨ ਉਹਨੇ ਲਿਖਣਾ ਸ਼ੁਰੂ ਕਰ ਦਿੱਤਾ। ਕਈ ਵਾਰ ਅਸੀਂ ਖੁਦ ਅਚਨਚੇਤ ਜਾਂ ਕਿਸੇ ਭੁਲੇਖੇ ਦੇ ਵਿੱਚ, ਜਿਵੇਂ ਆਪਨੇ ਕਈ ਵਾਰੀ ਆ ਪੰਕਤੀਆਂ ਪੜ੍ਹੀਆਂ ਹੋਣਗੀਆਂ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਾਨਕ ਆ ਰਿਹਾ ਨਾ, ਇਹ ਜਨਮ ਸਾਖੀ ਦਾ ਬਚਨ ਹੈ, ਇਹ ਮਿਹਰਬਾਨ ਦੀ ਲਿਖੀ ਬਾਤ ਹੈ। ਜਿਹੜੀ ਇਹ ਰੂਪਤਾ ਇੱਥੇ ਇਹੋ ਜਿਹੀਆਂ ਚੀਜ਼ਾਂ ਤੇ ਇਕੱਲੀ ਬਾਤ ਕੀਤੀ। ਮੈਂ ਪਤਾ ਨਹੀਂ ਕਿਤਨੇ ਬਚਨ ਕਿਤਨੇ ਬੋਲ, ਸੋ ਇਸ ਰੂਪ ਵਿੱਚ ਬਾਤ ਹੋਣੀ ਸ਼ੁਰੂ ਹੋ ਗਈ। ਤੇ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਆਲਮੋਸਟ ਬਾਤ ਥੋੜੀ ਥੋੜੀ ਚੱਲ ਰਹੀ ਉਸ ਤਰੀਕੇ ਨਾਲ। ਫਿਰ ਗੁਰੂ ਅਰਜਨ ਸਾਹਿਬ ਆਏ, ਗੁਰੂ ਅਰਜਨ ਸਾਹਿਬ ਨੇ ਦੇਖਿਆ ਆ ਕੀ ਬਣੇਗਾ, ਇਸ ਸੱਚ ਦੇ ਉਪਦੇਸ਼, ਸੱਚ ਦੀ ਬਾਣੀ ਨੂੰ, ਇਹਨੂੰ ਤੇ ਐਜ਼ ਇਟ ਇਜ਼ ਪ੍ਰੀਜ਼ਰਵ ਕਰਕੇ ਰੱਖਣਾ ਆ ਸੀ, ਕਿਉਂਕਿ ਇਹਨੇ ਮਾਨਵਤਾ ਨੂੰ ਸੇਧ ਦੇਣੀ ਹੈ। ਫਿਰ ਗੁਰੂ ਅਰਜਨ ਸਾਹਿਬ ਨੇ ਉਸ ਵਕਤ ਇਹ ਸਾਰੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪ ਕਲੈਕਟ ਕੀਤੀ ਸੀ ਭਗਤ ਰਚਨਾ ਦੇ ਰੂਪ ਦੇ ਵਿੱਚ, ਫਿਰ ਮੁੜ ਕੇ ਸਾਰੀ ਆਪ ਜਿਹੜੀ ਉਚਰਿਤ ਕੀਤੀ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ, ਫਿਰ ਗੁਰੂ ਅਰਜਨ ਸਾਹਿਬ ਨੇ ਜੋ ਆਪ ਉਚਰਿਤ ਕੀਤੀ, ਜੋ ਭੱਟ ਸਾਹਿਬਾਨ ਨੇ ਉਚਰਿਤ ਕੀਤੇ ਬਚਨ, ਗੁਰਸਿੱਖਾਂ ਦੇ ਬਚਨ, ਉਹ ਸਾਰੇ ਫਿਰ ਨਵੇਂ ਸਿਰੇ ਤੋਂ ਕੰਪਾਈਲ ਕਰਵਾਇਆ ਆਪ ਬੈਠ ਕੇ ਭਾਈ ਗੁਰਦਾਸ ਜੀ ਤੋਂ, ਉਸ ਤਰੀਕੇ ਨਾਲ ਰਚਨਾਬੱਧ ਕਰਵਾਏ। ਇਹ ਮਾਨਵਤਾ ਵਾਸਤੇ ਇੱਕ ਏਡਾ ਵੱਡਾ ਖਜ਼ਾਨਾ ਗੁਰੂ ਸਾਹਿਬ ਨੇ ਤਿਆਰ ਕੀਤਾ। ਤੇ ਇਕੱਲਾ ਇਹ ਨਹੀਂ ਗਾ, ਇੱਕ ਚੀਜ਼ ਹੋਰ ਦੇਖ ਲਈਏ ਇਹਦੇ ਨਾਲ। ਦੇਖੋ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਆ, ਗੁਰੂ ਇੱਕ ਰੁਤਬੇ ਦਾ ਵੀ ਨਾਂ ਆ, ਗੁਰੂ ਇੱਕ ਆਭਾ ਦਾ ਵੀ ਨਾਂ ਆ। ਆਭਾ ਮੀਨ ਜਿਸ ਨੂੰ ਅਸੀਂ ਆਪਣੀ ਸੁਰਤ ਦੇ ਲੈਵਲ ਤੇ, ਡਿਵੋਸ਼ਨਲ ਲੈਵਲ ਤੱਕ ਐਕਸਪੀਰੀਅੰਸ ਕਰਦੇ ਹਾਂ। ਇੱਕ ਪਾਸੇ ਗ੍ਰੰਥ ਸਾਹਿਬ ਦੀ ਤਾਮੀਰੀਅਤ ਹੋ ਰਹੀ ਹੈ, ਉਸ ਨੂੰ ਆਡਿਟ ਕਰਕੇ ਰਚਿਆ ਜਾ ਰਿਹਾ ਹੈ, ਕੰਪਾਈਲ ਕੀਤਾ ਜਾ ਰਿਹਾ ਸਭ ਚੀਜ਼ਾਂ ਦੇ ਵਿੱਚ। ਨਾਲ ਦੀ ਨਾਲ ਉਸ ਗ੍ਰੰਥ ਸਾਹਿਬ ਦੀ ਸਥਾਪਤੀ ਕਿੱਥੇ ਹੋਣੀ ਹੈ, ਉਹ ਸਥਾਨ ਬਣ ਰਿਹਾ ਦਰਬਾਰ ਸਾਹਿਬ। ਸੋਚੋ ਇਸ ਰੂਪ ਦੇ ਵਿੱਚ, ਕਿਆ ਗੁਰੂ ਮਹਾਰਾਜ ਜੁਗਤ ਵਰਤਾਂਦੇ ਤੇ ਸਮਾਜ ਵਾਸਤੇ ਦੱਸਦੇ, ਜਿਸ ਰਚਨਾ ਨੇ ਤੁਹਾਡੀ ਅਗਵਾਈ ਕਰਨੀ ਹੈ ਉਹ ਰਚਨਾ ਰੁਤਬਾ ਕੀ ਰੱਖਦੀ ਹੈ। ਅਜੇ ਹੁਣੇ ਬਾਤ ਪਾ ਰਿਹਾ ਸੀਗਾ। ਦੇਖੋ ਗੱਲ ਇਹ ਹੈ, ਅੱਜ ਅਸੀਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਹਾਂ। ਅੱਜ ਫੇਕ ਨਿਊਜ਼ ਜਾਂ ਫੇਕ ਇਨਫੋਰਮੇਸ਼ਨ ਇਹਦੀ ਗੱਲ ਹੁੰਦੀ ਹੈ। ਬੱਚੇ ਸਾਡੇ ਸਕੂਲਾਂ ਯੂਨੀਵਰਸਿਟੀਜ਼ ਵਿੱਚ ਜਾਂਦੇ ਨੇ, ਉਹਨਾਂ ਨੂੰ ਤੁਸੀਂ ਕਹੋ ਕਿ ਉਹਨਾਂ ਨੂੰ ਟੀਚਰਸ ਰਿਸਰਚ ਵਰਕ ਦਿੰਦੇ ਨੇ,
जो रिसर्च वर्क देंदे ने तो बकायदा तौर पर कहते हैं ओके तुसीं जाओ गूगल करो इन्फॉर्मेशन ते लै आओ, नो वी वोंट एक्सैप्ट इट। विकीपीडिया की इन्फॉर्मेशन वी वोंट एक्सैप्ट इट। जिहड़ी इन्फॉर्मेशन आए वो किसी क्रैडिबल सोर्स तो आए। वट आर द क्रैडिबल सोर्सिस? किसी यूनिवर्सिटी की स्टडी होए, किसी गवर्नमेंट अदारे जिहदी अकाउंटेबिलिटी है, जिहदी जवाबदेही है, उतों इन्फॉर्मेशन आए। अदरवाइज जिवें ये बात हुई जो सोशल मीडिया आया, लोगों ने कहा जिहड़ा ट्रैडिशनल मीडिया आया, मीडिया आउटलैट्स ने, मीडिया हाउसिस ने वड्डे वड्डे, ये मर जाणगे क्योंकि इन्फॉर्मेशन अपने आप बिल्कुल शेयर हो जानी, शुरू हो जानी है। होया कि फेक न्यूज़ ने, फेक इन्फॉर्मेशन ने इसदा सारी दी क्रैडिबिलिटी जीरो कर दी, बिल्कुल जीरो। फिर उन्होंने अपनी ये भी सच्चाई है, उन्होंने मीडिया हाउसिस में भी, जिवें साउथ एशियन खिते की हालत है, जिस किस्म का तुसीं न्यूज़ मीडिया देखिया किवें चैनल खुले, सब चीज़ां होईयां, अल्टीमेटली सारियां दा जिहड़ा हैगा अज बिल्कुल लैवल थल्ले लोअर आ गया क्योंकि कोई बोली बोल रहे सारे इतों पता लग गया रुतबा ना रहा। वो जी क्रैडिबिलिटी है वो कितों टेस्ट होएगी। हुण आ जी अध्यात्मी तल ते स्पिरिचुअल साइड तो, स्पिरिचुअल साइड ते जो कोई बंदा कहता कि कोई बात किसी स्पिरिचुअल कैलीबर दी है कि नहीं है, भाई जे किसी ने टेस्ट करके देखनी है तो गुरु ग्रंथ साहब की रचना दे मुकाबले लिया के देखो। किसी का अपना भी कोई दावा आ किसी रूप दे विच। मैं जो नहीं बात कर रहा सीगा, अज स्पिरिचुअलिटी की गल बड़ी होंदी है, स्पिरिचुअलिटी की गल करदियां होया जिहड़ा कोई बंदा इस बाबत गल करदा है, जिस किस्म की गल होंदी ਉਹਦੇ 'ਚ ਦੇਖਿਆ ਜਾਏ कि महाराज जी के उपदेशों के नाल जिवें साहब कहते अध्यात्म कर्म करें तह साचा, मुक्त भेद क्या जानने काचा। अध्यात्मकता जिहड़ी है ये कर्म आधारित आ। जिन्हों साहब ने क्या रब की पूजा होंदी, रब सच है। महाराज कहते दुनिया के लोगों, ये गुरु ग्रंथ साहब के वचन ने, स्पिरिचुअलिटी की होंदी है। बाबा जी कहते एक चीज रब तो भी वड्डी है। महाराज एवं तो नहीं हो सकता, रब तो वड्डा तो कुछ भी नहीं गा। तो तुसीं शब्द पढ़ते हो रब सच है, तो सच तो वड्डी एक चीज़ है, सच्चों उर है सब को ऊपर सच आचार। हर चीज सच तो छोटी है, सच सब तो वड्डा है। एक चीज सच तो ही वड्डी है, आचारी सच, व्यवहारी सच, गल्लां बातां दा नहीं। रियलिटी दे विचों बंदा कित्थे खड़दा है, ये देखो जाके। अध्यात्मी तल ये है, अध्यात्म कर्म करें तैं साचा, मुक्त भेद क्या जानना है काचा। कल ही सैल्वेशन गल्लां बातां ही थोड़ा होंदी है, इस लैवल ते देखा जाए। सो ये स्पिरिचुअलिटी का स्टैंडर्ड गुरु साहब ने सैट किया। तो इस सारे नूं महाराज ने कहा जिस रचना नाल तुहानूं जोड़ रहे हैं, उस रचना का रुतबा देखो की है। वो रचना वास्ते घर ही वखरा बन रहा है, ऐसा घर बन रहा है जिहड़ा शायद कभी किसी ने देखा भी ना होएगा। जे असीं मुगलिया हुक्मरानां दी बात देखते हैं, जहांगीर ते शाहजहां दा दौर जिहड़ा ये वो दौर है जदों भारती खिते दे च बहुत उमदा किस्म की इमारत साजी हुई, बहुत उमदा किस्म की, वधिया तो वधिया मुगलिया हुक्मरानां ने इमारतां उस वक्त बनाईयां। पर इस सारे दे विच सपोज करो कोई मुकाबलतन ऐसी इमारत होए जिहड़ी किसी हुक्मरान दी बनाई होए, किसी आम अमीर शमीर दी बनाई होए, तो उस इमारत नूं लोग कहण हाँ ये बड़ी वधिया इमारत है। एक ऐसी इमारत जिहड़ी हर लैवल ते यूनीक होए। क्यों? क्योंकि उहदे च सब तो धरती दा यूनीक काम होण लगा आ। वो इमारत बनाई गुरु अर्जन साहब ने। जदों ये भी गल हुई ना तो महाराज कहते भी जिहड़ा अमृतसर तलाह है, ढाब आ, इहदे विच कौल दी तरह उसरी हुई जगह बनाउणी है। तो ये बात आई महाराज ये नहीं बन पाएगी, क्योंकि जिहड़ी क्ले होंदी है, मिट्टी होंदी है, मिट्टी दीयां इट्टां बनदियां ने,
ਤੁਸੀਂ ਮਿੱਟੀ ਦਾ ਕਦੀ ਤਰੀਕਾ ਦੇਖੋ ਜਾਂ ਮਿੱਟੀ ਦਾ ਜਿਹੜਾ ਸੁਭਾਅ ਦੇਖੋਗੇ, ਮਿੱਟੀ ਨੂੰ ਪਕਾ ਲਓ, ਕਲੇ ਪਕਾ ਲਓ ਪੂਰੀ ਤਰ੍ਹਾਂ, ਪਕਾ ਕੇ ਤੇ ਆਮ ਜਿਹੜੀਆਂ ਟ੍ਰੈਡੀਸ਼ਨਲ ਇੱਟਾਂ ਮਿਲਦੀਆਂ ਸਾਡੇ ਉਸ ਖਿੱਤੇ ਦੇ ਵਿੱਚ, ਇੱਥੋਂ ਦੀ ਬਾਤ ਛੱਡੋ, ਉੱਥੇ ਦੀ ਤੁਸੀਂ ਈਵਨ ਇੱਥੇ ਵੀ ਤੁਸੀਂ ਕਰੋਗੇ ਤੁਹਾਨੂੰ ਇਹਦਾ ਤਜਰਬਾ ਹੋ ਜਾਏਗਾ। ਜਿਵੇਂ ਇੱਕ ਪੂਰੀ ਇੱਟ ਹੈ ਵੱਡੀ, ਉਸ ਵੱਡੀ ਬ੍ਰਿਕ ਨੂੰ ਤੁਸੀਂ ਇੱਕ ਵੱਡਾ ਪਾਣੀ ਦਾ ਬਾਟਾ ਲੈ ਕੇ ਉਹਦੇ ਵਿੱਚ ਸਿੱਧੀ ਰੱਖਦੇ ਹੋ, ਐਵੇਂ ਸਾਲਮ ਸਿੱਧੀ ਸਾਬਤ ਇਸ ਤਰੀਕੇ ਨਾਲ ਖੜੀ ਕਰਕੇ, ਤੇ ਉਹਦਾ ਅੱਧਾ ਹਿੱਸਾ ਪਾਣੀ 'ਚ ਹੈ, ਅੱਧਾ ਹਿੱਸਾ ਪਾਣੀ ਤੋਂ ਬਾਹਰ ਹੈ। ਜਿਹੜਾ ਪਾਣੀ 'ਚ ਹਿੱਸਾ ਉਹ ਗਿੱਲਾ ਹੋਏਗਾ, ਉੱਪਰਲਾ ਸੁੱਕਾ ਰਹੇਗਾ। ਐਸਾ ਨਹੀਂ ਹੁੰਦਾ, ਸਪੰਜ ਦੀ ਤਰ੍ਹਾਂ ਉਹਦੀ ਜਿਹੜੀ ਉਹਦਾ ਜਿਹੜਾ ਨੇਚਰ ਹੈ ਸਪੰਜ ਦੀ ਤਰ੍ਹਾਂ ਆ, ਉਹ ਸਾਰਾ ਪਾਣੀ ਆਪਣੇ ਅੰਦਰ ਖਿੱਚਦੀ ਹੈ। ਜਦੋਂ ਪਾਣੀ ਅੰਦਰ ਖਿੱਚਦੀ ਇਕੱਲਾ ਇੱਥੇ ਨਹੀਂ, ਉੱਪਰੋਂ ਗਿੱਲੀ ਹੋ ਜਾਂਦੀ, ਬਿਲਕੁਲ ਉੱਪਰੋਂ, ਬਲਕਿ ਲੰਬਾ ਸਮਾਂ ਪੈ ਰਹੀ ਉੱਤੋਂ ਪਾਣੀ ਚੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹਦਾ ਸੁਭਾਅ ਆ, ਉਹਨੇ ਸਿੱਲ ਆਪਣੇ ਵਿੱਚ ਖਿੱਚ ਲੈਣੀ ਹੈ। ਇਹ ਬਾਤ ਆਈ, ਪਾਣੀ ਦੇ ਵਿੱਚ ਇਮਾਰਤ ਨਹੀਂ ਬਣ ਸਕਦੀ। ਮਹਾਰਾਜ ਕਹਿੰਦੇ ਰਾਹ ਲੱਭੋ, ਕਿਉਂ ਨਹੀਂ ਬਣੇਗੀ? ਇਹੋ ਜਿਹਾ ਗੱਚ ਕੈਮੀਕਲ ਚੂਨਾ ਤਿਆਰ ਕੀਤਾ ਗਿਆ, ਜਿਹੜਾ ਚੂਨਾ ਰਜਿਸਟ ਕਰਦਾ ਪਾਣੀ ਦੇ ਨਾਲ। ਇਹੋ ਜਿਹੇ ਚੂਨੇ ਦੇ ਇੱਕ ਸਪੈਸ਼ਲ ਟੈਕਨੋਲੋਜੀ ਤਿਆਰ ਕੀਤੀ ਗਈ, ਉਹਦੀ ਟੈਕਨੋਲੋਜੀ ਦੇ ਅਕੋਰਡਿੰਗਲੀ, ਉਸ ਤਕਨੀਕ ਦੇ ਮੁਤਾਬਕ ਚੂਨਾ ਇੱਟਾਂ ਸਭ ਪਕਾਈਆਂ ਗਈਆਂ, ਬਣਾਈਆਂ ਗਈਆਂ, ਤਾਂ ਕਿ ਇਹ ਪਾਣੀ ਦੇ ਵਿੱਚ ਪਈਆਂ ਵੀ ਰਹਿਣ ਤੇ ਪਾਣੀ ਰਜਿਸਟ ਕਰੇ ਇਹਨਾਂ ਦੇ ਨਾਲ। ਇੰਨੀ ਮਤਲਬ ਮਿਹਨਤ ਮੁਸ਼ੱਕਤ, ਇੰਨੀ ਬ੍ਰੇਨਸਟੋਰਮਿੰਗ ਕਰਕੇ ਗੁਰੂ ਸਾਹਿਬ ਨੇ ਇਮਾਰਤ ਸਜਾਈ। ਫਿਰ ਉਸ ਇਮਾਰਤ ਨੂੰ ਇੱਕ ਦਿਨ ਉਹਦੇ ਦਰਵਾਜ਼ੇ ਖੋਲੇ ਗਏ, ਤੇ ਦਰਬਾਰ ਸਾਹਿਬ ਇੱਕ ਐਸੀ ਇਮਾਰਤ ਆ ਜਿਹਦੇ 'ਚ ਕਿਸੇ ਨੇ ਵੀ ਅੱਜ ਤੱਕ ਆਸਣ ਨਹੀਂ ਲਗਾਇਆ, ਕਿਸੇ ਗੁਰੂ ਸਾਹਿਬ ਨੇ ਵੀ ਨਹੀਂ। ਬਲਕਿ ਜਦੋਂ ਪਹਿਲੀ ਵਾਰ ਜਦੋਂ ਬਾਤ ਹੋਈ, ਉਦੋਂ ਹੀ ਆਦਿ ਗ੍ਰੰਥ ਜੀ ਦਾ ਪੀੜਾ ਸਜਾਇਆ ਉੱਥੇ। ਉਸ ਪੀੜੇ ਦੇ ਉੱਤੇ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਹੋਈ, ਤੇ ਪ੍ਰਕਾਸ਼ਨਾ ਚਲੋ ਗੁਰੂ ਸਾਹਿਬ ਆਪ ਕਰਦੇ, ਤੇ ਗੁਰੂ ਸਾਹਿਬ ਆਪ ਆਸਣ ਤੇ ਬੈਠਦੇ। ਸੰਗਤ ਫਿਰ ਕਹਿੰਦੀ ਹਾਂ ਮਹਾਰਾਜ ਆਪ ਬੈਠਣ, ਮਾਰ ਕੇ ਨਾ 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 ਨਾ, ਗੁਰੂ ਅਰਜਨ ਸਾਹਿਬ ਆਪ ਸਤਿਗੁਰੂ ਦੇ ਰੂਪ ਦੇ ਵਿੱਚ ਨੇ, ਪਰ ਪ੍ਰਕਾਸ਼ਨਾ ਗ੍ਰੰਥ ਸਾਹਿਬ ਦੀ ਹੁੰਦੀ, ਤੇ ਕਰਦੇ ਕੌਣ? ਬਾਬਾ ਬੁੱਢਾ ਜੀ। ਤੇ ਸਾਡਾ ਤਵਾਰੀਖੀ ਜਿਹੜਾ ਲਿਟਰੇਚਰ ਹੈ ਉਹ ਗਿਆਨ ਬਿਆਨ ਕਰਦਾ ਹੈ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਵੀ ਕਿ ਮਹਾਰਾਜ ਇੰਨੀ ਸੰਗਤ ਆਈ ਹੈ, ਇਹ ਉਪਦੇਸ਼ ਲੈਣ ਆਈ ਹੈ, ਤੁਸੀਂ ਉਪਦੇਸ਼ ਦੇਣਾ। ਬਾਬਾ ਜੀ ਕਹਿੰਦੇ ਇਹੀ ਤੇ ਸਮਝ ਆਉਣਾ ਹੈ, ਇਹ ਇੰਪਾਵਰਮੈਂਟ ਟੂ ਹਿਊਮੈਨਿਟੀ ਹੈ, ਵੀ ਤੁਹਾਨੂੰ ਕਿਸੇ ਦੇ ਮਗਰ ਤੁਹਾਨੂੰ ਕਿਸੇ ਦੀ ਮੀਡੀਏਸ਼ਨ ਦੀ ਲੋੜ ਨਹੀਂ ਹੈ। ਬੀ ਯੂਰ ਓਨ ਪ੍ਰੋਫਿਟ, ਬੀ ਯੂਰ ਓਨ ਟੀਚਰ, ਬੀ ਯੂਰ ਓਨ ਗਾਈਡ, ਬੀ ਯੂਰ ਓਨ ਮਾਸਟਰ। ਐਂਡ ਗੁਰੂ ਮਹਾਰਾਜ ਇਜ਼ ਐਕਚੁਅਲੀ ਟੀਚਿੰਗ ਦੈਟ ਇਨ ਅ ਲੈਵਲ, ਜਦੋਂ ਆਦਿ ਗ੍ਰੰਥ ਦੀ ਪ੍ਰਕਾਸ਼ਨਾ ਕੀਤੀ, ਉਹਨੂੰ ਮਾਨਵਤਾ ਵਾਸਤੇ ਡਿਸਪਲੇ ਕੀਤਾ ਇਸ ਲੈਵਲ ਤੇ। ਤਵਾਰੀਖੀ ਬੋਲੇ ਨੇ, ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਬੁੱਢਾ ਜੀ ਨੂੰ, ਬਾਬਾ ਬੁੱਢਾ ਖੋਲੋ ਗ੍ਰੰਥ, ਲੈ ਆਵਾਜ਼ ਸੁਣੇ ਸਭ ਪੰਥ। ਆਵਾਜ਼ਾਂ ਲਓ, ਆਵਾਜ਼ਾਂ ਉੱਥੋਂ ਹੀ ਆਇਆ ਹੁਕਮਨਾਮਾ। ਤੇ ਮਹਾਰਾਜ ਦੇ ਹੁਕਮ ਦੇ ਉੱਤੇ, ਮਹਾਰਾਜ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਬਾਬਾ ਬੁੱਢਾ ਜੀ ਗ੍ਰੰਥ ਸਾਹਿਬ ਨੂੰ ਖੋਲਿਆ। ਜਦੋਂ ਖੋਲਿਆ ਤੇ ਪਹਿਲਾ ਹੀ ਆਵਾਜ਼ਾ ਜਿਹੜਾ ਆਇਆ, ਅਸੀਂ ਅੱਜ ਵੀ ਪੜ੍ਹਦੇ ਹਾਂ, ਸੰਤਾਂ ਕੇ ਕਾਰਜ ਆਪ ਖਲੋਵਾ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਡੀ ਸਾਰਿਆਂ ਦੀ ਜ਼ਿੰਦਗੀ ਕੁਛ ਨਾ ਕੁਛ ਪਲਾਨ ਕਰਦੇ ਹਾਂ, ਕੁਛ ਨਾ ਕੁਝ ਸੋਚਦੇ ਹਾਂ, ਕੁਛ ਨਾ ਕੁਛ ਬਣਾਉਂਦੇ ਹਾਂ ਗੁਜ਼ਰਦੀ ਹੈ। ਤੇ ਜੋ ਕੁਝ ਵੀ ਅਸੀਂ ਬਣਾਉਣੇ, ਸੋਚਦੇ, ਕਰਦੇ ਹਾਂ, ਉਹ ਸਾਰਾ ਕੁਝ ਗੁਰੂ ਅਰਜਨ ਸਾਹਿਬ ਦੀ ਉਸ ਐਫਰਟ ਦੇ ਮੁਕਾਬਲੇ ਕੁਝ ਵੀ ਨਹੀਂ ਜੋ ਉਹਨਾਂ ਨੇ ਉਸ ਵਕਤ ਕੀਤਾ। ਪੰਜਾਂ ਗੁਰੂ ਸਾਹਿਬ ਸਮੁੱਚੇ ਭਗਤਾਂ ਸਾਰਿਆਂ ਦੀ ਕੀਤੀ ਹੋਈ ਮੁਸ਼ੱਕਤ ਤੇ ਸਾਰਿਆਂ ਦਾ ਜਿਹੜਾ ਬਰਕਤ ਦਾ ਰੰਗ ਬਾਣੀ ਸੀਗੀ, ਉਹਨਾਂ ਨੂੰ ਮਾਨਵ ਕਲਿਆਣ ਹੈ ਤਾਂ ਸਦਾ ਲਈ ਪ੍ਰੀਜ਼ਰਵ ਕਰਕੇ ਰੱਖ ਦਿੱਤਾ। ਉਸ ਨੂੰ ਸਦਾ ਲਈ ਉਸ ਰੁਤਬੇ ਤੇ ਲੈ ਆਂਦਾ, ਪ੍ਰਕਾਸ਼ਨਾ ਕਰਕੇ ਦਰਬਾਰ ਸਾਹਿਬ ਵਰਗੀ ਇਮਾਰਤ ਉਸਾਰ ਕੇ ਉਹਦੇ ਚ ਪ੍ਰਕਾਸ਼ਿਤ ਕੀਤਾ। ਤੇ ਸਾਰੇ ਕਾਰਜ ਨੂੰ ਕਰਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਨੇ ਜੋ ਆਪਣੀ ਸੁਰਤ ਜਿੱਥੇ ਹੰਡਾਈ, ਜਿਸ ਕਿਸਮ ਦੇ ਉਹਨਾਂ ਦੇ ਵਿੱਚ ਵਿਸ਼ਵਸਨੀਯਤਾ ਸੀ ਤੇ ਜੋ ਫੋਰਸ ਉਹਨਾਂ ਨੂੰ ਚਲਾ ਰਹੀ ਸੀ, ਐਕਚੁਅਲੀ ਇਹ ਹੁਕਮਨਾਮਾ ਉਸ ਫੋਰਸ ਨੂੰ ਸਾਡੇ ਸਾਹਮਣੇ ਬਿਆਨ ਕਰਦਾ ਹੈ। ਮਹਾਰਾਜ ਦੱਸਦੇ
ਇਹਦੇ 'ਚ ਵਿਸ਼ਵਾਸ ਕੰਮ ਕਰਦਾ। ਉਹ ਵਿਸ਼ਵਾਸ ਜਿਹੜਾ ਇਹ ਕਹਿੰਦਾ ਸੰਤਾਂ ਕੇ ਕਾਰਜ ਆਪ ਖਲੋਵਾ। ਜੇ ਤੁਸੀਂ ਸੰਤ ਹੋ ਕੇ, ਜੇ ਤੁਸੀਂ ਆਪਣੇ ਆਪ ਨੂੰ ਸੱਤ ਦੇ ਨਾਲ ਪ੍ਰਣਾ ਕੇ, ਸੱਤ ਨੂੰ ਸਮਰਪਿਤ ਹੋ ਕੇ ਕਿਸੇ ਅਲਟੀਮੇਟ ਰਿਐਲਿਟੀ ਵਾਲੇ ਪਾਸੇ ਆਪਣੇ ਕਦਮਾਂ ਦੀ ਜਿਹੜੀ ਹੈ ਉਹ ਤਾਮੀਰੀਅਤ ਕਰਦੇ ਹੋ, ਉਹਨਾਂ ਦੀ ਰਵਾਨਗੀ ਤੋਰਦੇ ਹੋ, ਤੇ ਫਿਰ ਚੇਤੇ ਰੱਖੋ ਰੱਬ ਦੂਰ ਨਹੀਂਗਾ, ਕਰਤਾਰ ਦੂਰ ਨਹੀਂਗਾ, ਉਹ ਕਰਨ ਕਰਾਉਣ ਵਾਲਾ ਦੂਰ ਨਹੀਂਗਾ, ਉਹ ਤੁਹਾਡੇ ਅੰਗ ਸੰਗ ਹੈ। ਤੇ ਇੰਨਾ ਕੁ ਅੰਗ ਸੰਗ ਹੈ, ਸੰਤਾਂ ਕੇ ਕਾਰਜ ਆਪ ਖਲੋਵਾ। ਲੱਗੇਗਾ ਉਹ ਮੇਰੇ ਕੰਮ ਕਿਵੇਂ ਰੋਕ ਸਕਦੇ ਨੇ ਜੇ ਮੈਨੂੰ ਕਰਾਉਣ ਵਾਲਾ ਮੇਰੇ ਅੰਗ ਸੰਗ ਹੈ, ਤੇ ਉਹ ਆਪ ਖਲੋਇਆ ਹੈ ਮੇਰੇ ਨਾਲ। ਜੋ ਮੇਰੀ ਬਾਂਹ ਫੜ ਰਿਹਾ, ਮੈਨੂੰ ਮੈਂ ਕਿਉਂ ਘਬਰਾਵਾਂ, ਜੀ ਮੈਂ ਕਿਉਂ ਡੋਲਾਂ ਉਸ ਰੂਪ ਦੇ ਵਿੱਚ। ਸੋ ਇਹ ਕਿਹਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ। ਇਹ ਦਰਬਾਰ ਸਾਹਿਬ ਦੀ ਇਮਾਰਤ ਤੇ ਉਸ ਪਾਣੀ ਨਾਲ ਅਸੀਂ ਜੋੜ ਕੇ ਸਾਰਿਆਂ ਨੂੰ ਦੇਖਦੇ ਹੈਗੇ ਹਾਂ, ਉਸ ਜਿਹੜਾ ਹੈਗਾ ਅੰਮ੍ਰਿਤ ਸਰੋਵਰ ਉਸ ਰੂਪ ਦੇ ਵਿੱਚ। ਹਕੀਕਤ ਹੈ ਬਾਣੀ ਇਹਨੂੰ ਵੀ ਕਹਿੰਦੀ, ਹਰ ਮੰਦਰ ਇਹ ਸ਼ਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਤੇ ਇਹ ਵੀ ਦੋ ਹੀ ਚੀਜ਼ਾਂ ਦਾ, ਦੇਹੀ ਮਾਟੀ ਬੋਲੇ ਪੌਣ। ਇਹ ਜੇ ਦੇਖਿਆ ਜਾਏ ਨਾ, ਪੌਣ ਪਾਣੀ ਅਗਨੀ ਕਾ ਮੇਲ, ਆ ਵੀ ਉਹਦਾ ਹੀ ਮੇਲ ਆ। ਸੋ ਧਰਤ ਸੁਹਾਵੀ ਤਾਲ ਸੁਹਾਵਾ, ਮਿੱਟੀ ਵੀ ਸੁਹਾਵਣੀ ਦਾ ਪਾਣੀ ਵੀ ਸੁਹਾਵਣਾ, ਇਹ ਗਗਰੀ ਵੀ ਸੁਹਾਵਣੀ, ਇਸ ਗਗਰੀ 'ਚ ਪਿਆ ਹੋਇਆ ਪਾਣੀ ਵੀ ਸੁਹਾਵਣਾ, ਉਹ ਜੀਵਨ ਵੀ ਸੁਹਾਵਣਾ ਹੋ ਜਾਂਦਾ ਹੈ, ਜਿਹਦੇ 'ਚ ਇਹ ਬਾਣੀ ਦਾ ਪ੍ਰਭਾਵ ਆ ਜਾਏ, ਕਰਤਾਰ ਦਾ ਭੈ ਆ ਜਾਏ, ਤੇ ਰੱਬ ਦੀ ਯਾਦ ਦਾ ਅਹਿਸਾਸ ਕਰਕੇ ਬੰਦਾ ਇਸ ਜੀਵਨ ਨੂੰ ਜੀਣ ਲੱਗ ਜੇ ਨਾ, ਤੇ ਜੀਵਨ ਜੀਵਨ ਨਹੀਂ ਰਹਿੰਦਾ, ਜੀਵਨ ਹਾਇਰ ਲੈਵਲ ਦੇ ਇੱਕ ਉਸ ਗੁਣਾਂ ਨਾਲ ਭਰ ਜਾਂਦਾ ਹੈਗਾ। ਸਾਹਿਬ ਮਹਾਰਾਜ ਜੀ ਦੇ ਇਹਨਾਂ ਆਲਮੀ, ਅਧਿਆਤਮੀ, ਅਗੰਮੀ ਸੰਦੇਸ਼ਾਂ ਨੂੰ ਅਸੀਂ ਮਾਣੀਏ। ਇਸ ਗੁਰੂ ਮਹਾਰਾਜ ਜੀ ਦੇ ਦਰਸਾਏ ਹੋਏ ਵਿਰਸੇ, ਇਹਨਾਂ ਦੇ ਰੰਗ ਨੂੰ ਅਸੀਂ ਆਪਣੀ ਸੁਰਤ 'ਚ ਪਾ ਲਈਏ। ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕੀਤੀ ਹੀ ਇਸ ਕਰਕੇ ਗਈ ਸੀ ਤਾਂ ਕਿ ਇਹ ਪ੍ਰਕਾਸ਼ ਪੀੜੇ ਤੇ ਹੋਏ, ਪਾਲਕੀ ਸਾਹਿਬ ਵਿੱਚ ਤੇ ਹੋਏ, ਇਸ ਗੁਰਦੁਆਰੇ ਦੀ ਆਭਾ ਵਿੱਚ ਤੇ ਹੋਏ, ਪਰ ਸਿੱਖ ਜੀ ਇਹ ਸਾਡੀ ਸੁਰਤ 'ਚ ਵੀ ਹੋਏ, ਇਹ ਸਾਡੇ ਜ਼ਹਿਨ ਵਿੱਚ ਵੀ ਹੋਏ, ਤੇ ਇਹਦੇ ਜ਼ਰੀਏ ਮਾਨਵਤਾ ਇਹ ਅਹਿਸਾਸ ਕਰੇ। ਬੀਇੰਗ ਅ ਸਿੱਖ, ਜੇ ਸਪੋਜ਼ ਕਰੋ ਅੱਜ ਅਸੀਂ ਸਿੰਪਲ ਲੈਵਲ ਤੇ ਬਾਤ ਕਰਦੇ ਹਾਂ, ਵੀ ਕੈਨ ਟਾਕ ਅਬਾਊਟ ਲਸਟ, ਵੀ ਕੈਨ ਟਾਕ ਅਬਾਊਟ ਐਂਗਰ, ਵੀ ਕੈਨ ਟਾਕ ਅਬਾਊਟ any sort of ego, we can talk about unlimited attachment, we can talk about greed, jealous, any weakness. Humanity is suffering from that. Being a Sikh, ਜੇ ਸਾਡੇ 'ਚ ਇਹ ਐਬਿਲਿਟੀ ਹੋਏ ਸ਼ਬਦ ਦੀ ਅਗਵਾਈ ਲੈ ਕੇ ਕਿ ਅਸੀਂ ਇਹਨਾਂ ਚੀਜ਼ਾਂ ਤੇ ਗ੍ਰਿਪ ਕਰ ਸਕੀਏ, ਅਸੀਂ ਇਹਨਾਂ ਚੀਜ਼ ਐਕਚੁਅਲੀ ਆਪਣੇ ਬੱਚਿਆਂ ਦੇ ਸਾਹਮਣੇ ਅਹਿਸਾਸ ਸਕੀਏ, ਬੱਚਿਆਂ ਨੂੰ ਪਤਾ ਲੱਗੇ ਹਾਂ ਜਿੱਥੇ ਕਿਤੇ ਐਕਚੁਅਲੀ ਗਰੀਡ, ਲਸਟ ਜਾਂ ਕੋਈ ਐਨਵੀ ਕੰਪਲੈਕਸ ਜਾਂ ਕਿਸੇ ਐਨੀ ਸੋਰਟ ਆਫ ਐਕਚੁਅਲੀ ਜਿਹੜਾ ਹੈਗਾ ਇਨਫੀਰੀਅਰ ਕੰਪਲੈਕਸ, ਐਨੀਥਿੰਗ ਐਕਚੁਅਲੀ ਬੋਦਰ ਮੀ, ਸ਼ਬਦ ਇਜ਼ ਦਾ ਸੋਰਸ ਫॉर ਮੀ ਟੂ ਗੈਟ ਐਨੀ ਹੈਲਪ। ਅਸੀਂ ਇੰਨਾ ਕੀ ਅਹਿਸਾਸ ਕਰ ਸਕੀਏ, ਸੱਚ ਇਹ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਣ ਦੇ ਅਧਿਕਾਰੀ ਬਣ ਸਕਾਂਗੇ। ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਪਾਏ ਪੂਰਨਿਆਂ ਨੂੰ ਉਸ ਰੂਪ ਦੇ ਵਿੱਚ ਮਹਿਸੂਸ ਕਰਨ ਵਾਲੇ ਬਣ ਸਕਾਂਗੇ। ਅਸੀਂ ਗੁਰੂ ਸਾਹਿਬ ਦੇ ਜਿਹਨੂੰ ਕਹਿੰਦਾ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਸੀਂ ਆਪਣੇ ਬਾਬੇ ਦੀ ਕਹਾਣੀ ਦੁਹਰਾਵਾਂਗੇ। ਉਸ ਕਹਾਣੀ ਨੂੰ ਦੁਹਰਾਉਂਦੇ ਹੋਏ ਅਸੀਂ ਔਲਾਦ ਤੋਂ ਚੰਗੇਰੀ ਔਲਾਦ ਬਣ ਸਕਾਂਗੇ। ਸਾਹਿਬ ਮਿਹਰਾਮਤ ਕਰਨ ਇਹਨਾਂ ਬਚਨਾਂ ਦੀ ਇਹ ਆਭਾ ਸਾਡੀ ਸੁਰਤ 'ਚ ਮੰਡਤ ਹੋ ਸਕੇ। ਮੇਰੇ ਵੱਲੋਂ ਆਪ ਸਮੂਹ ਨੂੰ, ਸਮੁੱਚੀ ਮਾਨਵਤਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਦੀ ਬਹੁਤ ਸਾਰੀ ਦਿਲੀ ਮੁਬਾਰਕਬਾਦ। ਜੋ ਅਸੀਂ ਬਚਨ ਸਾਂਝੇ ਕੀਤੇ, ਇਹੀ ਅਰਦਾਸ ਮਹਾਰਾਜ ਸਾਡੀ ਦਿਲੋਂ ਸੁਣ ਲੈਣ, ਇਸ ਗੱਲ ਦੀ ਸਾਨੂੰ ਜਿਹੜਾ ਹੈਗਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ। ਬਾਕੀ ਰਹਿੰਦੇ ਪ੍ਰੋਗਰਾਮ ਦੀ ਸਮਾਪਤੀ ਭਾਈ ਸਾਹਿਬ ਕਰਾਉਣਗੇ। ਮੈਨੂੰ ਇੱਥੇ ਇਜਾਜ਼ਤ ਦੇ ਦੇਣੀ, ਕਹਿ ਦੇਣਾ ਜੀ ਸਭ ਪ੍ਰੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।